ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਪਹੁੰਚ ਚੁੱਕੇ ਹਾਂ। ਅਸੀਂ ਸਟੋਰੀ ਪਹਿਲਾਂ ਪੜ੍ਹ ਹਟੇ ਹਾਂ ਔਰ ਹੁਣ ਅਸੀਂ ਦੇਖਦੇ ਪਏ ਹਾਂ ਕਿ ਕਿਸ ਤਰ੍ਹਾਂ ਦਾਊਦ ਨੂੰ ਜਿਹੜੀ ਕਿੰਗਡਮ ਮਿਲੀ ਆ, ਜਿਹੜਾ ਰਾਜ ਦਾਊਦ ਨੂੰ ਮਿਲਿਆ, ਉਸ ਦੀ ਸਭ ਤੋਂ ਵੱਡੀ ਮੁਸੀਬਤ ਇਹ ਆ ਕਿ ਉਹ ਬਹੁਤ ਭਾਰੀ ਸਿਵਲ ਵਾਰ ਦੇ ਵਿੱਚ ਦੀ ਲੰਘੇ। ਇੱਕ ਯਹੂਦਾ ਦਾ ਖਾਨਦਾਨ ਇੱਕ ਪਾਸੇ, ਉਧਰੋਂ ਬਹੁਤ ਸਾਰੇ ਦੌੜ ਕੇ ਜਿਹੜੇ ਆ ਗਏ, ਬਾਕੀ ਤਾਂ ਜਿਹੜੇ ਉਹਨਾਂ ਦੇ 11 ਸੀਗੇ ਕਬੀਲੇ, ਉਹਨਾਂ ਚੋਂ ਵੀ ਲੋਕ ਆ ਗਏ ਗਿਣਤੀ ਦੇ ਵਿੱਚ, ਲੇਕਿਨ ਬਹੁਤ ਸਾਰੇ ਲੋਕ ਫਿਰ ਵੀ ਉੱਧਰ ਰਹੇ। 11 ਕਬੀਲੇ ਉਧਰਲੇ ਪਾਸੇ ਸੀਗੇ ਔਰ ਇਹ ਇੱਕ ਬੜੀ ਭਾਰੀ ਜੰਗ ਜਿਹੜੀ 7 ਸਾਲ ਜਿਹੜਾ ਭਰਾ ਨੇ ਭਰਾ ਦਾ ਲਹੂ ਬਹਾਇਆ। ਔਰ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਕੌਮ ਨੂੰ ਕਿਸ ਤਰ੍ਹਾਂ ਇਕੱਠਾ ਕੀਤਾ ਜਾਏ, ਕੌਮ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਜਾਇਆ ਜਾਏ। ਔਰ ਇਹ ਬੜੀ ਅਜੀਬ ਚੀਜ਼ ਆ ਕਿ ਪ੍ਰਭੂ ਨੇ ਆਪਣੇ ਬੰਦੇ ਨੂੰ ਬੜੀ ਸਿੰਪਲ ਔਰ ਸਹੀ ਬੁੱਧ ਦਿੱਤੀ, ਬੜੀ ਸਿੰਪਲ ਔਰ ਸਹੀ ਬੁੱਧ ਦਿੱਤੀ। ਉਸਨੇ ਕਿਸੇ ਦੇ ਨਾਲ ਬਦਲਾ ਨਹੀਂ ਚਾਹਿਆ। ਹਰ ਕੋਈ ਜਿਹੜਾ ਸੰਧੀ ਦਾ ਪੈਗਾਮ ਲੈ ਕੇ ਆਉਂਦਾ ਸੀ, ਉਹ ਬੈਠ ਕੇ ਉਸ ਚੀਜ਼ ਨੂੰ ਸੁਣਦਾ ਸੀ। ਲੇਕਿਨ ਜਿਸ ਵੇਲੇ ਅਸੀਂ ਯੋਆਬ ਨੂੰ ਦੇਖਦੇ ਹਾਂ, ਅਬਨੇਰ ਨੂੰ ਦੇਖਦੇ ਹਾਂ, ਉੱਥੇ ਕੁੜੱਤਣ ਹਾਲੇ ਬਾਕੀ ਆ। ਸੋ ਕਿਸ ਤਰ੍ਹਾਂ ਇਹ ਬੰਦਾ ਇੱਕ ਖਿਲਰੇ ਹੋਏ ਦੇਸ਼ ਨੂੰ ਹੁਣ ਇਕੱਠਾ ਕਰਦਾ ਪਿਆ, ਇੱਕ ਉਸ ਦੇਸ਼ ਨੂੰ ਜਿਹਦੀ ਸਾਊਲ ਨੇ ਬਹੁਤੀ ਪਰਵਾਹ ਨਹੀਂ ਕੀਤੀ। ਸਾਊਲ ਨੂੰ ਸਿਰਫ ਆਪਣੀ ਗੱਦੀ ਦਾ ਫਿਕਰ ਸੀਗਾ, ਉਸਨੇ ਬਹੁਤੀ ਪਰਵਾਹ ਨਹੀਂ ਕੀਤੀ ਉਸਨੂੰ ਕਿੱਦਾਂ ਅੱਗੇ ਲੈ ਕੇ ਜਾਇਆ ਜਾਏ। ਸੋ ਜਿਸ ਦਿਨ ਦਾਊਦ ਪ੍ਰਭੂ ਦਾ ਸੰਦੂਕ ਲੈ ਕੇ ਆਇਆ, ਉਹ ਜਿਹੜਾ ਸਾਰਾ ਸਮਾਂ ਸੀ, ਉਸ ਸਮੇਂ ਦੇ ਵਿੱਚ ਉਹ ਪ੍ਰਭੂ ਨੂੰ ਹੁਣ ਬਰਕਤ ਦਿੰਦਾ ਪਿਆ। ਸੋ ਅਸੀਂ ਕੱਲ ਜ਼ਬੂਰਾਂ ਦੇ ਵਿੱਚ ਜਿਸਲੇ ਗਏ ਸੀਗੇ ਤਾਂ ਅਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਉਸਨੇ ਆਪਣੇ ਜੋ ਗਿਫਟ ਪ੍ਰਭੂ ਨੇ ਉਸਨੂੰ ਦਿੱਤਾ ਸੀ, ਸਭ ਤੋਂ ਜਿਹੜਾ ਪਿਆਰਾ ਗਿਫਟ ਜਿਹੜਾ ਉਸਨੂੰ ਦਿੱਤਾ ਸੀ, ਉਹ ਸੀ ਵਰਸ਼ਿਪ ਦਾ ਗਿਫਟ। ਔਰ ਉਸਨੇ ਕਿਸ ਤਰ੍ਹਾਂ ਉਹਨਾਂ ਜ਼ਬੂਰਾਂ ਦੇ ਰਾਹੀਂ, ਉਹਨਾਂ ਗੀਤਾਂ ਦੇ ਰਾਹੀਂ ਕੌਮ ਨੂੰ ਕਿੱਦਾਂ ਉਹ ਇਕੱਠੇ ਕਰਦਾ ਪਿਆ, ਕਿੱਦਾਂ ਕੌਮ ਦਾ ਧਿਆਨ ਉਹ ਪ੍ਰਭੂ ਦੇ ਵੱਲ ਨੂੰ ਲਾ ਰਿਹਾ। ਉਹਨਾਂ ਨੂੰ ਦੱਸ ਰਿਹਾ ਕਿ ਅਸੀਂ ਪ੍ਰਭੂ ਦੀ ਕੌਮ, ਅਸੀਂ ਆਮ ਲੋਕਾਂ ਦੇ ਵਾਂਗ ਨਹੀਂ, ਨਾ ਸਾਡਾ ਪਰਮੇਸ਼ਰ ਆਮ ਲੋਕਾਂ ਦੇ ਵਾਂਗ ਪਰਮੇਸ਼ਰ। ਸੋ ਕੱਲ ਅਸੀਂ ਜਿਹਨਾਂ ਜ਼ਬੂਰਾਂ ਦੇ ਵਿੱਚ ਦੀ ਗੁਜ਼ਰੇ ਹਾਂ, ਅਸੀਂ ਹੁਣ ਆ ਗਏ ਹੈਗੇ ਹਾਂ, ਅਸੀਂ 95, 96, 97, 98 ਇਹ ਸਾਰੇ ਜ਼ਬੂਰ ਦੇਖੇ ਸੀਗੇ। ਸੋ ਅਸੀਂ ਅੱਜ ਜਿਹੜਾ ਜ਼ਬੂਰ 98 ਹੈ ਇਸਨੂੰ ਦੁਬਾਰਾ ਪੜਾਂਗੇ ਔਰ ਫਿਰ ਅਸੀਂ ਅੱਗੇ ਵਧਾਂਗੇ, ਜਿਸ ਨੂੰ ਮਿਲ ਜਾਏ। 98 ਪਾਸਟਰ ਜੀ। ਹਾਂਜੀ, ਮੈਂ ਪ੍ਰਭੂ ਦਾ ਧੰਨਵਾਦ ਕਰਦਾ ਕਿ ਅੱਜ ਮੌਕਾ ਮਿਲਿਆ ਕਿ ਪ੍ਰਭੂ ਦਾ ਵਚਨ ਪੜ੍ਹ ਸਕੇ। ਸੋ ਇਹ ਹੈਗਾ 920 ਪੰਨੇ ਤੇ ਵਡਿਆਈ। ਪ੍ਰਭੂ ਲਈ ਇੱਕ ਨਵਾਂ ਗੀਤ ਗਾਓ, ਉਸਨੇ ਅਦਭੁਤ ਕੰਮ ਕੀਤੇ ਹਨ। ਉਸਨੇ ਆਪਣੀਆਂ ਬਾਹਾਂ ਦੇ ਜ਼ੋਰ ਅਤੇ ਆਪਣੀ ਪਵਿੱਤਰ ਸ਼ਕਤੀ ਨਾਲ ਜਿੱਤ ਪ੍ਰਾਪਤ ਕੀਤੀ ਹੈ। ਪ੍ਰਭੂ ਨੇ ਆਪਣੀ ਜਿੱਤ ਦਾ ਐਲਾਨ ਕੀਤਾ ਹੈ। ਉਸਨੇ ਆਪਣਾ ਸੱਤ ਕੌਮਾਂ ਤੇ ਪ੍ਰਗਟ ਕੀਤਾ ਹੈ। ਉਸਨੇ ਆਪਣੀ ਦਇਆ ਅਤੇ ਸੱਚਾਈ ਨੂੰ ਇਜ਼ਰਾਈਲ ਕੌਮ ਦੇ ਲਈ ਯਾਦ ਕੀਤਾ ਹੈ। ਸਭ ਧਰਤੀ ਵਾਸੀਆਂ ਨੇ ਪਰਮੇਸ਼ਵਰ ਦੀ ਜਿੱਤ ਹੁੰਦੀ ਦੇਖੀ ਹੈ। ਇਹ ਸਭ ਧਰਤੀ ਵਾਸੀਓ, ਪ੍ਰਭੂ ਦੀ ਜੈ ਜੈਕਾਰ ਕਰੋ। ਖੁਸ਼ੀ ਭਰੇ ਗੀਤ ਗਾ ਕੇ ਉਸ ਦੀ ਵਡਿਆਈ ਕਰੋ। ਬਰਬਤ ਬਜਾ ਕੇ, ਮਿੱਠੀ ਸੁਰ ਨਾਲ ਗਾ ਕੇ ਪ੍ਰਭੂ ਦੀ ਵਡਿਆਈ ਕਰੋ। ਤੁਰੀਆਂ ਅਤੇ ਨਿਰਸਿੰਗੇ ਫੂਕ ਕੇ ਰਾਜਾ ਪ੍ਰਭੂ ਲਈ ਉੱਚੀ ਸੁਰ ਨਾਲ ਨਾਅਰੇ ਮਾਰੋ। ਸਮੁੰਦਰ ਅਤੇ ਇਸ ਦੇ ਅੰਦਰ ਦੀ ਸਭ ਭਰਪੂਰੀ, ਸੰਸਾਰ ਅਤੇ ਇਸ ਦੇ ਸਭ ਨਿਵਾਸੀ ਲਲਕਾਰੇ ਮਾਰੋ। ਪਾਣੀਓ ਤਾਲ ਦੇਵੋ, ਪਹਾੜੋ ਮਿਲ ਕੇ ਖੁਸ਼ੀ ਭਰੇ ਗੀਤ ਗਾਵੋ, ਕਿਉਂਕਿ ਪ੍ਰਭੂ ਧਰਤੀ ਤੇ ਰਾਜ ਕਰਨ ਆ ਰਿਹਾ ਹੈ। ਉਹ ਸੰਸਾਰ ਅਤੇ ਲੋਕਾਂ ਦਾ ਸੱਚਾਈ ਤੇ ਸੱਤ ਨਾਲ ਨਿਆਂ ਕਰੇਗਾ। ਆਮੇਨ। ਸੋ ਉਹ ਜਿਹੜਾ ਪੁਰਾਣਾ ਸਮਾਂ ਜਿਹੜਾ ਉਹ ਸਿਵਲ ਵਾਰ ਦੇ ਵਿੱਚ ਜਿਹੜੀਆਂ ਇੰਨੇ ਲੋਕ ਮਰਦੇ ਪਏ ਆ, ਲੜਾਈਆਂ ਚੱਲਦੀਆਂ ਪਈਆਂ, ਉਹਨਾਂ ਚੀਜ਼ਾਂ ਦੇ ਧਿਆਨ ਦੇ ਵਿੱਚ ਉਹ ਰੱਖ ਕੇ ਕਹਿੰਦਾ ਪਿਆ ਕਿ ਹੁਣ ਪ੍ਰਭੂ ਦੀ ਜਿੱਤ ਹੋਈ, ਸਾਨੂੰ ਆਪਣਾ ਧਿਆਨ ਪ੍ਰਭੂ ਦੇ ਵੱਲ ਲਾਉਣਾ ਚਾਹੀਦਾ।
दाऊद लोकां दा ध्यान अपने वालों नहीं ला रहा, दाऊद लोकां दा ध्यान प्रभु दे वालों ला रहा। और ये सारा कुछ उसे समय हो रहा जिस वेले उसने आर्क ऑफ कवनेंट जिहड़ी सी प्रभु दा जिहड़ा संदूक सी और यरूशलेम दे विच लैके आया सी। और ये लोकां दे लई दो चीज़ां सी, बाकी सारिया कौमां दे उत्ते उन्होंने जित प्राप्त कर ली सी। जो अब्राहम नूं कहा गया सी उन्होंने जित प्राप्त कर ली सी। बस एक कौम रह गई सी जिन्हां दे उत्ते जित प्राप्त नहीं हुई सी, और वो सीगे यबूसी। सो प्रभु ने सब तो पहला उसनूं यबूसियां दे उत्ते जित दित्ती। तो लोकां ने देख लिया कि हाँ वो जिहड़ी अब्राहम दे वेले दी बरकत आ प्रभु ने इहदे राहीं सानूं दित्ती, साडे कोल प्रभु ने सानूं ਵਧਾਇਆ। सो लोगों ने उसका ना ही खुशी दे नाल दाऊद दा शहर रख दिता। यरूशलेम कला नहीं, बहुत सारी धरती होर उन्हां दे हत्थ आई उत्थे, लेकिन प्रभु उन्होंने यरूशलेम दा जिहड़ा नां सी दाऊद दा शहर रख दिता। और दाऊद दे शहर दे विच जिस वेले ओह बरकतां हुण प्राप्त कर रहे आ, सो इस वेले उन्हां दा जिहड़ा ध्यान आ, लोकां दा ध्यान, वो जिहड़े उन्हां दे दिलां दे विच एक दूजे दे लई वैर आ, ਜਿਹੜੇ ਉਹਨਾਂ ਦੇ ਦਿਲਾਂ ਦੇ ਵਿੱਚ ਉਹ ਸਾਊਲ ਦੀ ਪੂਜਾ ਆ, ਜਿਹੜਾ ਉਹਨਾਂ ਦੇ ਵਿੱਚ ਦਾਊਦ ਦੀ ਪੂਜਾ ਆ, ਉਹਨਾਂ ਸਾਰੀਆਂ ਚੀਜ਼ਾਂ ਨੂੰ ਪਰੇ ਕਰਦਾ। ਉਹਨੇ ਆਲਰੇਡੀ ਦੱਸ ਦਿੱਤਾ, ਲੋਕਾਂ ਨੂੰ ਦੱਸਿਆ ਨਹੀਂ, ਦਿਖਾ ਦਿੱਤਾ ਤੇ ਦਾਊਦ ਸਾਊਲ ਨੂੰ ਕਿੰਨਾ ਪਿਆਰ ਕਰਦਾ ਸੀ। ਔਰ ਇਹਦੇ ਵਿੱਚ ਕੋਈ ਬਨਾਵਟ ਨਹੀਂ ਸੀ, ਅਸਲੀਅਤ ਸੀ। ਲੋਕ ਸਮਝ ਗਏ कि जिहड़ी खोट सी वो साउल दे दिल दे विच सी। उसने दिखाता कि मैनू ओदी फौज दे और ओदे जिहड़े फौजी अफसर उन्हां दे नाल भी कोई ओदे नाल कोई उन्हां दे नाल कपट नहीं। मेरा मन साफ है, उसने कहता सारियां दे लई। प्रभु ने इजराइल दे विच एक बड़ा काम कीता, आओ इसनूं लैके अगे वधीए। और ये मेन चीज इत्थे दिखाई दी पई है। दाऊद अपना राज थोपदा नहीं पिया लोकां ते, लोग उसनूं अपना राजा बनाते पए आ। किड्डी भारी बरकत है, किड्डा बड़ा बड़ा ये काम प्रभु उहदे लई करदा पिया। आओ असीं जबूर 99 जिसनूं लईए। असी जबूर 99 पढ़ना, जबूर 100 पढ़ना, जबूर 101 पढ़ना। सो जिन्हें जिन्हें पढ़ना कट के रख। मैं पढ़ना। हाँ जी, हाँ जी। प्रभु राजा है, प्रभु राज करता है, सब लोग उसका डर रखन। वो करूबियां उत्ते विराजमान है, सब धरती डोल उठे। प्रभु सियोन विच महान है, वो सब कौमां ते राज करता है। लोग तेरे महान अते भय वाले नां दी महिमा करन, वो पवित्र है। शक्तिशाली राजा न्याय नाल प्यार करता है, उसने निरपक्षता कायम कीती है। उसने इसराइल नाल न्याय अते सच्चाई नाल बर्ताव कीता है। प्रभु साडे परमेश्वर नूं वडियाओ, उसकी आराधना करो, वो पवित्र है। मूसा ते हरन उसके पुरोहित सन, सैम्यूल उसका नां लैण वालियां विचों सी। उन्हां प्रभु नूं पुकारिया अते उसने उन्हां नूं उत्तर दिता। प्रभु ने उन्हां नाल बदलां ते थंम विचों गल कीती। उन्हां उसदियां साखियां ते विधियां दी पालना कीती जो उसने उन्हां नूं दित्ते सन। हे प्रभु साडे परमेश्वर, तू उन्हां नूं उत्तर दिता। तू उन्हां उत्ते माफ करन वाले परमेश्वर दे रूप विच प्रगट होया। बेशक तू उन्हां नूं उन्हां दी अपराधां दी सजा भी दित्ती। प्रभु साडे परमेश्वर नूं वडियाओ, उसदे पवित्र पहाड़ ते आराधना करो, क्योंकि वो पवित्र है। आमीन। वो पवित्र है। सो देखो सारा ध्यान उसका इको चीज वाला कि प्रभु राज करदा। असीं एक ऐसी कौम आ जिन्हां दा राजा प्रभु है, और प्रभु राज करदा। दाऊद ने एक तरह का लोकां ने मंगिया सी सानू राजा दे, ते उन्होंने साउल नूं अपना राजा लभ लिया, क्योंकि वो बाकियां दे नालों 4 गुणा उच्चा सी। प्रभु ने इस चीज का
इस चीज का एक तरह का उहदे दिल के उत्ते ठेस लगी सी कि इन्हां दा राजा तो मैं, ये राजा क्यों मंगदे पए। तां सैमुअल ने क्या सी, ये जिहड़े राजे आ तुहानूं तंग करनगे, तुहानूं तंग करनगे, तुसीं दूजियां कौमां वर्गे नहीं, तुसीं प्रभु दे अपने लोक, प्रभु तुहाडा राजा। जिसले साउल नूं राज मिलिया ते साउल ने राजा बन के उन्हां नूं दिखाया कि राजे की हाल करदे कौम दा। पर दाऊद ने कौम दे सामने उन्हां नूं दिखाता कि राजा जिहड़ा है वो परमेश्वर प्रभु, वो प्रभु है। राज सच्चाई दे नाल जे कोई कर सकदा ते वो प्रभु है। सो लोकां दा जिहड़ा ध्यान है इस वेले 12 कबीलियां दे हैड बेसिकली उत्थे बैठे हुआ, जिहड़ा उन्हां दा ध्यान आ वो आपसी जिहड़ी उन्हां दे विच झड़पां, जिद्दां कि उन्हां दे विच बहसां ते ओ लड़ाई झगड़े आ, उन्हां तो किते उन्हां नूं उच्चा उठाउंदा पिया, उन्हां नूं तां नूं लैके जा रिहा कि इन्हां चीजां नूं थल्ले रहण दो, इन्हां नूं छड्ड दो, अपना ध्यान प्रभु दे वल लाओ। असीं उस दी कौम, असीं उस दे लोक, उसने सानू चुनिया। अब्राहम ने परमेश्वर नूं नहीं सी चुनिया, परमेश्वर ने अब्राहम नूं चुनिया सी। फिर उस तो बाद इसहाक नूं परमेश्वर ने चुनिया, फिर याकूब नूं परमेश्वर ने चुनिया। असीं वो लोक हां जिन्हां ने अपना परमेश्वर नहीं बनाया आप ते बैठ के। असीं वो लोक हां जिन्हां नूं परमेश्वर ने चुनिया और अपनी उस्तत करन दे लई वखरा कीता। एंड दैट्स द डिफरेंस। असीं वो लोक हां जिन्हां नूं परमेश्वर ने चुनिया। जिसने क्या सी, तुसीं मैनूं नहीं चुनिया पर मैं तुहानूं चुनिया और वखरे कीता कि तुसीं फल लियाओ और साडा फल कायम रहे, बनिया रहे। ये वचन दा वो दसदा पिया, इन्हां चीजां नूं लैके वो लोकां दे दिलां दे विच बिठाउंदा पिया इन्हां चीजां। और जिन्ना वो लोकां दा ध्यान प्रभु दे वल नूं ला रिहा, लोकां दा उन्ना ही लोक उन्हूं अपने सिर दे उत्ते उच्चा चुकदे पाए। जिन्नी उचाई ते अपने प्रभु नूं लैके जा रिहा, उन्नी उचाई ते प्रभु उन्हूं लैके जा रिहा, उन्नी उचाई ते उन्हूं लैके जा रिहा। ये बरकत है प्रभु दी, ये प्रभु यीशु दी बरकत है। जबूर 100। हाँ जी, मैं पढ़ते हैं बस। हाँ, उस ते धन्नवाद। हे सब धरती वासियों, प्रभु दी जय जयकार करो, खुशी नाल उस दी उपासना करो, जय जयकार करदे होए उस दे कोल आवो। ਇਹ ਜਾਣ ਰੱਖੋ ਕਿ ਪ੍ਰਭੂ ਪਰਮੇਸ਼ਰ ਹੈ, ਉਸਨੇ ਸਾਨੂੰ ਬਣਾਇਆ ਅਤੇ ਅਸੀਂ ਉਸੇ ਦੇ ਹਾਂ। ਅਸੀਂ ਉਸ ਦੇ ਲੋਕ ਅਤੇ ਇੱਜੜ ਹਾਂ। ਧੰਨਵਾਦ ਕਰਦੇ ਹੋਏ ਉਸ ਦੇ ਮੰਦਰ ਵਿੱਚ ਆਵੋ, ਉਸਤਤ ਕਰਦੇ ਹੋਏ ਉਸ ਦੀ ਪਵਿੱਤਰ ਥਾਂ ਤੇ ਜਾਵੋ। ਉਸ ਦਾ ਧੰਨਵਾਦ ਕਰੋ ਅਤੇ ਉਸ ਦੇ ਨਾਂ ਨੂੰ ਧੰਨ ਕਹੋ। ਪ੍ਰਭੂ ਭਲਾ ਹੈ, ਉਸ ਦੀ ਦਇਆ ਸਦਾ ਰਹਿਣ ਵਾਲੀ ਹੈ ਅਤੇ ਉਸ ਦੀ ਸੱਚਾਈ ਪੀੜ੍ਹੀਓਂ ਪੀੜ੍ਹੀ ਬਣੀ ਰਹਿੰਦੀ ਹੈ। ਆਮੀਨ। और देखो उन्होंने हुण वर्शिप दे लई वो सद रिहा, कम आओ आओ उसकी वडियाई करिए, आओ उसके नाम नूं धन कहिए, आओ उसके नाम नूं बरकत दईए। वो पवित्र है, वो सच्चा है, ओदी सच्चाई सदा बनी रहिंदी है। क्योंकि एक तां लोकां दे सामने वो जींदा जागदा मिराकल, भेड़ां चारन वाला, उसनूं प्रभु ने कौम दा राजा बनाता और लोकां नूं पता कि ये प्रभु दे द्वारा होया। साउल किस तरह उसके मगर मारन दे लई ते उसने प्रभु दे पुरोहित भी नहीं छड्डे,
ਉਹਨਾਂ ਨੂੰ ਵੀ ਮਰਵਾਇਆ। ਕਿੱਦਾਂ ਦੀਆਂ ਘਿਨਾਉਣੀਆਂ ਚੀਜ਼ਾਂ ਉਸ ਬੰਦੇ ਨੇ ਕੀਤੀਆਂ। ਲੇਕਿਨ ਪ੍ਰਭੂ ਨੇ ਫਿਰ ਵੀ ਉਹੀ ਤਲਵਾਰ, ਜਿਹੜੀ ਤਲਵਾਰ ਲੈ ਕੇ ਉਹ ਤੁਰਿਆ ਫਿਰਦਾ ਸੀ, ਤਾਂ ਪ੍ਰਭੂ ਨੇ ਉਸ ਨੂੰ ਸਜ਼ਾ ਵੀ ਭੇਜੀ ਹੋਈ ਦਿੱਤੀ ਕਿ ਆਪਣੀ ਤਲਵਾਰ ਤੇ ਟਿਕੀ, ਜਿਸ ਦੇ ਨਾਲ ਤੂੰ ਮਾਰਨ ਨੂੰ ਨਿਕਲਿਆ ਸੀ, ਉਹ ਤਲਵਾਰ ਹੁਣ ਤੂੰ ਆਪਣੇ ਤੇ ਉਠਾ ਦੇ। ਔਰ ਇਹ ਉਸਦਾ ਸਾਊਲ ਦਾ ਅੰਤ ਸੀ। ਲੇਕਿਨ ਜਿਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਜਾਂਦੇ ਹਾਂ ਤੇ ਅਸੀਂ ਇਹ ਦੇਖਦੇ ਹਾਂ ਕਿ ਉਸਨੇ ਕੀ ਕੀਤਾ। ਜਿਸ ਵੇਲੇ ਸਾਊਲ ਨੇ ਜੰਗ ਦੇ ਵਿੱਚ ਜਾਣਾ ਸੀ, ਠੀਕ, ਔਰ ਜਿਹੜਾ ਨਬੀ ਸੀਗਾ ਸੈਮੂਅਲ ਨਬੀ, ਉਹ ਲੇਟ ਹੋ ਗਿਆ ਤੇ ਸਾਊਲ ਨੇ ਕਿਹਾ ਕਿ ਇਹ ਤਾਂ ਲੋਕ ਤਾਂ ਮੇਥੋਂ ਦੌੜ ਜਾਣੇ। ਸਾਊਲ ਨੇ ਆਪੇ ਹੀ ਹੋਮ ਬਲੀ ਚੜਾ ਦਿੱਤੀ। ਸੈਮੂਅਲ ਨੇ ਆ ਕੇ ਪੁੱਛਿਆ, ਤੂੰ ਇਹ ਕੀ ਕੀਤਾ? ਕਹਿੰਦਾ ਲੋਕ ਜਿਹੜੇ ਸੀਗੇ ਉਹ ਕਾਲੇ ਪਏ ਸੀ, ਮੈਂ ਇਸ ਕਰਕੇ ਕਿ ਇੱਕ ਤੋਂ ਬਾਅਦ ਦੂਜਾ ਉਸਨੂੰ ਆਪਣੀ ਇਮੇਜ ਦੇ ਨਾਲ ਸੀ। ਫਿਰ ਜਿਸ ਲਈ ਉਸਨੇ ਐਡਾ ਵੱਡਾ ਪਾਪ ਕੀਤਾ, ਅਮਾਲੇਕੀਆਂ ਦੇ ਵਿਰੁੱਧ ਜੰਗ ਦੇ ਵਿੱਚ ਹੋ ਗਿਆ, ਪ੍ਰਭੂ ਨੇ ਉਸਨੂੰ ਜਿੱਤ ਦਿੱਤੀ, ਉੱਥੋਂ ਜਿੱਤ ਕੇ ਵਾਪਸ ਆਇਆ। ਲੇਕਿਨ ਨਾਲ ਜੋ ਪ੍ਰਭੂ ਨੇ ਕਿਹਾ ਸੀ, ਹੁਕਮ ਅਦੂਲੀ ਕਰਕੇ ਆਇਆ। ਐਨੀ ਹਾਓ ਮੈਂ ਇਹ ਸਾਰੀਆਂ ਚੀਜ਼ਾਂ ਪ੍ਰਭੂ ਦੇ ਲਈ ਲੈ ਕੇ, ਤਾਂ ਉਸਨੇ ਕਿਹਾ ਕਿ ਨਹੀਂ, ਹੁਣ ਤਾਂ ਤੇਰਾ ਕੰਮ ਖਤਮ ਹੋ। ਉਹ ਘਰ ਨੂੰ ਜਾਣ ਨੂੰ ਮੁੜਿਆ, ਸੈਮੂਅਲ ਦਾ ਉਸਨੇ ਕੱਪੜਾ ਫੜਿਆ, ਕੱਪੜਾ ਫਟ ਗਿਆ, ਕਹਿੰਦਾ ਤੇਰਾ ਰਾਜ ਤੇਰੇ ਕੋਲ ਜਾਂਦਾ ਰਿਹਾ, ਹੁਣ ਤੇਰੇ ਤੋਂ ਲੈ ਕੇ ਤੇਰੇ ਗੁਆਂਢੀ ਨੂੰ ਦੇ। ਤਾਂ ਸੈਮੂਅਲ ਨੂੰ ਪਤਾ ਕੀ ਕਹਿ ਰਿਹਾ, ਤੂੰ ਮੇਰਾ ਪਾਪ ਮਾਫ ਕਰ ਦੇ ਤੇ ਮੇਰੇ ਨਾਲ ਚੱਲ ਤੇ ਗਿਬਿਓਨ ਚ ਜਾ ਕੇ ਮੇਰੇ ਨਾਲ ਬਲੀ ਦੇ। ਉਹ ਕਹਿੰਦਾ ਵੀ ਉਹਦਾ ਕੀ ਫਾਇਦਾ? ਕਹਿੰਦਾ ਤਾਂ ਕਿ ਮੇਰੇ ਲੋਕ ਜਿਹੜੇ ਆ ਉਹ ਇਹ ਜਾਣ ਲੈਣ ਕਿ ਤੂੰ ਮੇਰੇ ਨਾਲ, ਨਾ ਉਹਨੂੰ ਪ੍ਰਭੂ ਦੇ ਨਾਲ ਕੋਈ ਹੈ, ਨਾ ਉਸਦੀ ਪ੍ਰਭੂਤਾ ਦੇ ਨਾਲ ਕੋਈ ਹੈ, ਉਸਨੂੰ ਕਿਸੇ ਨਾਲ ਕੁਛ ਨਹੀਂ ਹੈਗਾ। ਉਸਨੂੰ ਆਪਣੀ ਇਮੇਜ ਦੇ ਨਾਲ ਸਾਰਾ ਉਹਦੀ ਇਮੇਜ ਹੈ, ਉਹ ਆਪਣੇ ਆਪ ਆਪਣੀ ਮੂਰਤੀ ਆਪ ਹੀ ਉਸਨੇ ਬਣਾ ਔਰ ਉਹਦੀ ਪੂਜਾ ਲੱਗ ਪਿਆ। ਦੂਸਰੇ ਪਾਸੇ ਦਾਊਦ, ਉਸਨੂੰ ਪ੍ਰਭੂ ਨੇ ਉਹ ਜਗ੍ਹਾ ਦਿੱਤੀ ਆ ਕਿ ਲੋਕ ਅਗਰ ਉਹ ਪੂਜਾ ਕਰਾਉਣੀ ਮੰਗੇ ਵੀ ਤਾਂ ਲੋਕ ਕਰਨਗੇ, ਪਰ ਨਹੀਂ, ਉਹ ਸਾਰਿਆਂ ਦਾ ਧਿਆਨ ਪ੍ਰਭੂ ਦੇ ਵੱਲ ਲੈ ਕੇ ਜਾ ਰਿਹਾ, ਕਿਉਂਕਿ ਇਹੋ ਹੀ ਇੱਕ ਸਾਡੀ ਆਸ ਹੈ, ਇਹੋ ਹੀ ਸਾਡੇ ਲਈ ਸਭ ਕੁਛ ਹੈ। ਰਸਤਿਆਂ ਦੇ ਵਿੱਚ ਰੁਕਾਵਟਾਂ ਬਹੁਤ ਆ, ਬਹੁਤ ਸਾਰੇ ਲੋਕ ਮੇਰੇ ਵਰਗੇ ਰਸਤੇ 'ਚ ਰੁਕਾਵਟ ਬਣ ਕੇ ਖੜ ਜਾਂਦੇ, ਲੇਕਿਨ ਸਾਨੂੰ ਇਸ ਚੀਜ਼ ਦਾ ਬੜਾ ਧਿਆਨ ਰੱਖਣਾ ਚਾਹੀਦਾ ਕਿ ਰਿਸ਼ਤਾ ਪ੍ਰਭੂ ਨੇ ਸਿੱਧਾ ਆਪਣੇ ਨਾਲ ਜੋੜਿਆ। ਸਾਡਾ ਚਰਵਾਹਾ ਸਵਰਗ ਦੇ ਸਿੰਘਾਸਨ ਤੇ ਬੈਠਾ, ਉੱਚਾ, ਔਰ ਇਸ ਕਰਕੇ ਸਾਡਾ ਹੋਰ ਵੀ ਜ਼ਿਆਦਾ ਹੱਕ ਬਣਦਾ ਕਿ ਅਸੀਂ ਧਿਆਨ ਉਹਦੇ ਵੱਲ ਲਾਈਏ ਜਿਸ ਨੇ ਸਾਨੂੰ ਮੁਕਤੀ ਦਿੱਤੀ ਹੈ। ਔਰ ਇਸ ਵੇਲੇ ਦਾਊਦ ਕੀ ਕਰ ਰਿਹਾ? ਧਿਆਨ ਉਹ ਲੋਕਾਂ ਦਾ ਲਾ ਰਿਹਾ ਉਹਦੇ ਵੱਲ ਜਿਸ ਨੇ ਉਹਨੂੰ ਰਾਜਾ ਦਿੱਤਾ। ਔਰ ਹਰੇਕ ਚੀਜ਼ ਦੇ ਵਿੱਚ ਇੱਕੋ ਹੀ ਬਾਰ-ਬਾਰ ਅਸੀਂ ਪੜ੍ਹਦੇ ਪਏ ਕਿ ਪ੍ਰਭੂ ਰਾਜ ਕਰਦੇ, ਪ੍ਰਭੂ ਰਾਜ ਕਰਦੇ। ਹੁਣ ਆਹ ਅਸੀਂ ਪਹਿਲਾਂ ਵੀ ਪੜ੍ਹ ਚੁੱਕੇ ਹਾਂ। ਇੱਥੇ ਦਾਊਦ ਨੇ ਲੋਕਾਂ ਦੇ ਨਾਲ, ਹੁਣ ਅਖੀਰ ਦੇ ਵਿੱਚ ਦਾਊਦ ਨੇ ਲੋਕਾਂ ਦੇ ਨਾਲ ਇੱਕ ਵਾਅਦਾ ਕਿ ਮੈਂ ਕਿੱਦਾਂ ਦਾ ਰਾਜਾ ਬਣੂੰਗਾ। ਸੋ ਆਓ ਸਾਮ 101 ਜ਼ਬੂਰ 101 ਭਜਨ 101। ਰਾਜਾ ਪ੍ਰਤਿਗਿਆ, हे ਪ੍ਰਭੂ, ਮੈਂ ਤੇਰੀ ਮਹਿਮਾ ਦੇ ਗੀਤ ਗਾਵਾਂਗਾ, ਮੈਂ ਤੇਰੀ ਦਇਆ ਅਤੇ ਨਿਆਂ ਦੇ ਗੀਤ ਗਾਵਾਂਗਾ। ਮੈਂ ਭਲੇ ਰਾਹ ਤੇ ਚੱਲਾਂਗਾ, ਤੂੰ ਕਦੋਂ ਮੇਰੇ ਕੋਲ ਆਵੇਂਗਾ? ਮੈਂ ਆਪਣੇ ਘਰ ਵਿੱਚ ਭਲਾ ਜੀਵਨ ਗੁਜ਼ਾਰਾਂਗਾ, ਮੈਂ ਵਿਅਰਥ ਗੱਲਾਂ ਤੇ ਧਿਆਨ ਨਹੀਂ ਕਰਾਂਗਾ। ਮੈਂ ਤੇਰੇ ਤੋਂ ਦੂਰ ਹੋਣ ਵਾਲੇ ਲੋਕਾਂ ਨੂੰ ਘਿਰਣਾ ਕਰਾਂਗਾ, ਮੈਂ ਉਹਨਾਂ ਨਾਲ ਕੋਈ ਵਾਸਤਾ ਨਹੀਂ ਰੱਖਾਂਗਾ। ਮੈਂ ਧੋਖੇਬਾਜ਼ ਮਨ ਨੂੰ ਆਪਣੇ ਅੰਦਰ ਥਾਂ ਨਹੀਂ ਦੇਵਾਂਗਾ, ਮੈਂ ਬੁਰਾਈ ਬਾਰੇ ਸੋਚਾਂਗਾ ਵੀ ਨਹੀਂ। ਆਪਣੇ ਮਿੱਤਰ ਦੇ ਵਿਰੁੱਧ ਬੁਰਾਈ ਕਰਨ ਵਾਲੇ ਮਨੁੱਖ ਨੂੰ
ਮੈਂ ਨਾਸ਼ ਕਰ ਦੇਵਾਂਗਾ। ਘਮੰਡੀ ਅਤੇ ਜਿੱਦੀ ਮਨੁੱਖ ਨੂੰ ਮੈਂ ਨਹੀਂ ਸਹਿਣ ਕਰਾਂਗਾ। ਦੇਸ਼ ਦੇ ਵਿਸ਼ਵਾਸ ਪਾਤਰਾਂ ਤੇ ਮੇਰੀ ਕਿਰਪਾ ਦ੍ਰਿਸ਼ਟੀ ਹੋਵੇਗੀ। ਉਹ ਮੇਰੇ ਨਾਲ ਰਹਿ ਸਕਣਗੇ। ਭਲੇ ਰਾਹ ਤੇ ਚੱਲਣ ਵਾਲੇ ਮਨੁੱਖ ਮੇਰੀ ਸੇਵਾ ਵਿੱਚ ਆ ਸਕਣਗੇ। ਧੋਖੇਬਾਜ਼ ਮਨੁੱਖ ਮੇਰੇ ਘਰ ਵਿੱਚ ਨਹੀਂ ਰਹਿ ਸਕੇਗਾ। ਨਾ ਹੀ ਝੂਠ ਬੋਲਣ ਵਾਲਾ ਮਨੁੱਖ ਮੇਰੇ ਸਾਹਮਣੇ ਠਹਿਰ ਸਕੇਗਾ। ਹਰ ਦਿਨ ਮੈਂ ਆਪਣੇ ਦੇਸ਼ ਵਿੱਚੋਂ ਦੁਸ਼ਟਾਂ ਨੂੰ ਨਾਸ਼ ਕਰਦਾ ਜਾਵਾਂਗਾ। ਮੈਂ ਪ੍ਰਭੂ ਦੇ ਸ਼ਹਿਰ ਵਿੱਚੋਂ ਸਭ ਬੁਰਿਆਂ ਲੋਕਾਂ ਨੂੰ ਬਾਹਰ ਕੱਢ ਦੇਵਾਂਗਾ। ਆਮੀਨ। ਔਰ ਇਹ ਪ੍ਰਭੂ ਦੀ ਉਸ ਮਹਾਨ ਬਰਕਤ ਉਸਨੇ ਜਿਹੜੀਆਂ ਆਪਣੇ ਲੋਕਾਂ ਦੇ ਨਾਲ ਕਿ ਜਿਹੜਾ ਰਾਜ ਹੈ ਉਹ ਸੱਚਾਈ ਦੇ ਨਾਲ ਕਰੂੰਗਾ, ਧੋਖੇਬਾਜ਼ੀ ਤੋਂ ਮੈਂ ਦੂਰ ਰਹੂੰਗਾ ਔਰ ਝੂਠ ਬੋਲਣ ਵਾਲਿਆਂ ਤੋਂ ਵੀ ਪਰਾਂ ਰਹੂੰਗਾ। ਔਰ ਇਸ ਤੋਂ ਬਾਅਦ ਉਸਨੇ ਕਿਹਾ ਕਿ ਹਰ ਦਿਨ ਮੈਂ ਆਪਣੇ ਦੇਸ਼ ਵਿੱਚੋਂ ਦੁਸ਼ਟਾਂ ਨੂੰ ਨਾਸ਼ ਕਰਦਾ ਜਾਵਾਂਗਾ। ਮੈਂ ਪ੍ਰਭੂ ਦੇ ਸ਼ਹਿਰ ਵਿੱਚੋਂ ਸਭ ਬੁਰਿਆਂ ਲੋਕਾਂ ਨੂੰ ਬਾਹਰ ਕਰ ਦੇਵਾਂਗਾ। ਸੋ ਕਹਿਣ ਦਾ ਕੀ ਮਤਲਬ, ਇੱਥੇ ਜਿਹੜਾ ਅੱਗੇ ਕੰਮ ਚੱਲਦਾ ਸੀ ਇੱਥੇ ਪ੍ਰਭੂ ਰਾਜ, ਔਰ ਅਸੀਂ ਸਾਰਿਆਂ ਨੇ ਮਿਲ ਕੇ ਪ੍ਰਭੂ ਦੇ ਇਸ ਵੱਡੇ ਨਾਮ ਨੂੰ ਉੱਚਾ ਕਰਨਾ। ਤੇ ਲੋਕ ਸਾਨੂੰ ਇਸ ਕਰਕੇ ਨਾ ਜਾਣਨ ਕਿ ਅਸੀਂ ਇੱਕ ਕੌਮ ਹਾਂ, ਲੋਕ ਸਾਨੂੰ ਇਸ ਕਰਕੇ ਜਾਣਨ ਕਿ ਅਸੀਂ ਪ੍ਰਭੂ ਦੀ ਇੱਕ ਕੌਮ, ਜਿਉਂਦੇ ਪ੍ਰਭੂ ਦੀ ਇੱਕ ਕੌਮ। ਸੋ ਦਾਊਦ ਲੋਕਾਂ ਦਾ ਧਿਆਨ ਉਧਰਲੇ ਪਾਸੇ ਨੂੰ ਲੈ ਕੇ ਜਾ ਰਿਹਾ, ਔਰ ਪ੍ਰਭੂ ਨੇ ਹੁਣ ਉਸਨੂੰ ਬਰਕਤਾਂ ਤੋਂ ਬਾਅਦ ਬਰਕਤਾਂ ਦੇਣੀਆਂ। ਪਹਿਲਾ ਇਤਿਹਾਸ ਉਸਦਾ 14ਵਾਂ ਭਾਵ 1 ਤੋਂ 17 ਵਿੱਚ ਪਹਿਲਾ ਇਤਿਹਾਸ ਪਾਸਟਰ 14 ਚੈਪਟਰ ਜਾਂ ਇੱਕ ਤੋਂ ਕਿੰਨੇ ਤੇ ਪੜ੍ਹਨਾ ਸੀ? ਇੱਕ ਚੈਪਟਰ। ਹਾਂਜੀ, ਇੱਕ ਮਿੰਟ ਹੈ ਮੈਨੂੰ 14ਵਾਂ ਭਾਵ ਬੇਸਿਕਲੀ ਸਾਰਾ ਹੀ ਪੜ੍ਹਨਾ ਹੈ। ਇਹ 17 ਹੀ ਆਏਗਾ। ਹਾਂਜੀ, ਇਹ ਹੈਗਾ ਪੇਜ 621 ਮੋਹਰਲੇ ਪਾਸੇ। ਯਰੂਸ਼ਲਮ ਵਿੱਚ ਦਾਊਦ ਦੇ ਕੀਤੇ ਕੰਮ। ਸੂਰ ਦੇ ਰਾਜਾ ਹੀਰਾਮ ਨੇ ਦਾਊਦ ਕੋਲ ਸੰਦੇਸ਼ ਪਾ ਘੱਲੇ ਅਤੇ ਉਸਦਾ ਮਹਿਲ ਬਣਾਉਣ ਲਈ ਤਿਆਰ ਦੀ ਲੱਕੜੀ, ਤਰਪਾਨ ਅਤੇ ਪੱਥਰ ਘੱਲਣ ਵਾਲੇ ਘੱਲੇ। ਤਾਂ ਦਾਊਦ ਜਾਣ ਗਿਆ ਕਿ ਪ੍ਰਭੂ ਨੇ ਉਸਦਾ ਇਜ਼ਰਾਇਲ ਉੱਤੇ ਰਾਜ ਪੂਰੀ ਤਰ੍ਹਾਂ ਨਾਲ ਸਥਾਪਿਤ ਕਰ ਦਿੱਤਾ ਹੈ ਅਤੇ ਪ੍ਰਭੂ ਆਪਣੇ ਲੋਕਾਂ ਕਾਰਨ ਉਸਦੇ ਰਾਜ ਨੂੰ ਵਧਾ ਲਾ ਰਿਹਾ ਹੈ। ਯਰੂਸ਼ਲਮ ਵਿੱਚ ਦਾਊਦ ਨੇ ਹੋਰ ਬਹੁਤ ਸਾਰੀਆਂ ਔਰਤਾਂ ਨਾਲ ਵਿਆਹ ਕੀਤੇ ਅਤੇ ਉਸਦੇ ਘਰ ਬਹੁਤ ਸਾਰੇ ਧੀਆਂ ਪੁੱਤਰਾਂ ਨੇ ਜਨਮ ਲਿਆ। ਯਰੂਸ਼ਲਮ ਵਿੱਚ ਉਸਦੇ ਘਰ ਜੰਮੀ ਸੰਤਾਨ ਦੇ ਇਹ ਨਾਂ ਸਨ: ਸ਼ਮੂਆ, ਸੋਬਾਤ, ਨਥਾਨ, ਸੁਲੇਮਾਨ, ਯਥਾਰ, ਅਲੀਸ਼ੂਆ, ਅਲ-ਪਾਲਟ, ਨੋਗ, ਨਫਗ, ਯਾਫੀਆ, ਅਲੀਸ਼ਾਮਾ, ਬਲਦਿਆਤ ਤੇ ਅਲੀਫਾਲਟ। ਫਿਲਿਸਤੀਆਂ ਉੱਤੇ ਜਿੱਤ। ਜਦੋਂ ਫਿਲਿਸਤੀਆਂ ਨੂੰ ਪਤਾ ਲੱਗਾ ਕਿ ਦਾਊਦ ਦਾ ਅਭਿਸ਼ੇਕ ਇਜ਼ਰਾਇਲ ਦਾ ਰਾਜਾ ਹੋਣ ਲਈ ਕੀਤਾ ਗਿਆ ਹੈ ਤਾਂ ਉਹਨਾਂ ਦੀ ਸੈਨਾ ਉਸ ਨੂੰ ਫੜਨ ਲਈ ਨਿਕਲੀ। ਦਾਊਦ ਨੇ ਜਦੋਂ ਇਹ ਖਬਰ ਸੁਣੀ ਤਾਂ ਉਹ ਵੀ ਉਹਨਾਂ ਦਾ ਟਾਕਰਾ ਕਰਨ ਲਈ ਨਿਕਲਿਆ। ਫਿਰ ਦਾਊਦ ਨੇ ਪ੍ਰਭੂ ਤੋਂ ਪੁੱਛਿਆ, ਜੇ ਮੈਂ ਫਿਲਿਸਤੀਆਂ ਉੱਤੇ ਚੜ੍ਹਾਈ ਕਰਾਂ ਕੀ ਤੂੰ ਮੈਨੂੰ ਉਹਨਾਂ ਉੱਤੇ ਜਿੱਤ ਦੇਵੇਂਗਾ? ਪ੍ਰਭੂ ਨੇ ਉੱਤਰ ਦਿੱਤਾ, ਹਾਂ, ਤੂੰ ਉਹਨਾਂ ਉੱਤੇ ਚੜ੍ਹਾਈ ਕਰ, ਮੈਂ ਤੈਨੂੰ ਜਿੱਤ ਦੇਵਾਂਗਾ। ਦਾਊਦ ਨੇ ਬਾਲ ਪਰਸੀਮ ਦੀ ਥਾਂ ਉੱਤੇ ਆ ਕੇ ਫਿਲਿਸਤੀਆਂ ਨੂੰ ਹਰਾਇਆ। ਉਸਨੇ ਕਿਹਾ, ਪ੍ਰਭੂ ਮੇਰੇ ਸਾਹਮਣੇ ਮੇਰੇ ਵੈਰੀਆਂ ਉੱਤੇ ਤੇਜ਼ ਹੜ੍ਹ ਦੇ ਵਾਂਗ ਆ ਪਿਆ ਅਤੇ ਉਹਨਾਂ ਨੂੰ ਰੋੜ ਕੇ ਲੈ ਗਿਆ। ਇਸ ਲਈ ਉਸ ਥਾਂ ਦਾ ਨਾਂ ਬਾਲ ਪਰਸੀਮ ਪੈ ਗਿਆ। ਫਿਲਿਸਤੀ ਦੌੜਦੇ ਸਮੇਂ ਆਪਣੇ ਬੁੱਤ ਪਿੱਛੇ ਛੱਡ ਗਏ ਅਤੇ ਦਾਊਦ ਨੇ ਆਗਿਆ ਦਿੱਤੀ ਕਿ ਉਹ ਇਕੱਠੇ ਕਰਕੇ ਸਾੜ ਦਿੱਤੇ ਜਾਣ। ਪਰ ਫਿਲਿਸਤੀ ਕੁਝ ਸਮੇਂ ਪਿੱਛੇ ਹੀ ਵਾਪਸ ਆ ਕੇ ਰਫਾਇਆ ਦੀ ਵਾਦੀ ਵਿੱਚ ਲੁੱਟਮਾਰ ਕਰਨ ਲੱਗੇ। ਤਦ ਦਾਊਦ ਨੇ ਫਿਰ ਪਰਮੇਸ਼ਵਰ ਤੋਂ ਉਹਨਾਂ ਉੱਤੇ ਹੱਲਾ ਬੋਲਣ ਲਈ ਸਲਾਹ ਲਈ। ਪਰਮੇਸ਼ਵਰ ਨੇ ਉੱਤਰ ਦਿੱਤਾ, ਤੂੰ ਇੱਥੋਂ ਉਹਨਾਂ ਉੱਤੇ ਹੱਲਾ ਨਾ ਬੋਲ, ਸਗੋਂ ਦੂਜੇ ਪਾਸੇ ਜਾ। ਉਸ ਸਮੇਂ ਉਹਨਾਂ ਉੱਤੇ ਹੱਲਾ ਬੋਲੀ ਜਦੋਂ ਤੂੰ ਤੂਤਾਂ ਦੀਆਂ ਟਹਿਣੀਆਂ ਵਿੱਚ ਚੱਲਣ ਦੀ ਆਵਾਜ਼ ਸੁਣੇ, ਕਿਉਂਕਿ ਉਸ ਵੇਲੇ ਮੈਂ ਤੇਰੇ ਅੱਗੇ ਅੱਗੇ ਜਾ ਕੇ ਫਿਲਿਸਤੀਆਂ ਨੂੰ ਮਾਰਾਂਗਾ। ਸੋ ਦਾਊਦ ਨੇ ਪ੍ਰਭੂ ਦੀ ਆਗਿਆ ਅਨੁਸਾਰ ਕੀਤਾ ਅਤੇ ਉਸਨੇ ਫਿਲਿਸਤੀਆਂ ਨੂੰ ਗਬਾਹ ਤੋਂ ਲੈ ਕੇ ਗਜਰ ਤੱਕ ਮਾਰਿਆ। ਦਾਊਦ ਦੀ ਪ੍ਰਸਿੱਧੀ ਹਰ ਥਾਂ ਫੈਲ ਗਈ ਅਤੇ ਪ੍ਰਭੂ ਨੇ ਸਭ ਕੌਮਾਂ ਉੱਤੇ ਉਸ ਦਾ ਡਰ ਪਾ ਦਿੱਤਾ। ਸੋ ਦਾਊਦ ਨੇ ਆਪਣੇ ਇਲਾਕੇ ਜਿਹੜੇ ਸੀਗੇ ਉਹਨਾਂ ਨੂੰ ਫਿਲਿਸਤੀਆਂ ਤੋਂ ਆਜ਼ਾਦ ਕਰਾਉਣਾ ਸ਼ੁਰੂ ਕਰ ਲਿਆ। ਜੋ ਪ੍ਰਭੂ ਨੇ ਉਹਨਾਂ ਨੂੰ ਧਰਤੀ ਦਿੱਤੀ ਸੀ, ਉਸਨੇ ਉਸ ਨੂੰ ਆਪਣੀ ਇਜ਼ਰਾਇਲ ਦੇ ਵਿੱਚ ਲਾਉਣਾ ਸ਼ੁਰੂ ਕਰ ਦਿੱਤਾ। ਔਰ ਪ੍ਰਭੂ ਨੇ, ਦੇਖੋ ਕਿੱਡੀ ਵੱਡੀ ਗੱਲ ਹੈ, ਅਸੀਂ ਇਹਨੂੰ ਐਵੇਂ ਪੜ੍ਹ ਜਾਂਦੇ ਹਾਂ। ਉਸਨੇ ਕਿਹਾ ਕਿ ਮੈਂ ਹੱਲਾ ਕਰਾਂ, ਕਹਿੰਦਾ ਨਹੀਂ, ਹੱਲ ਨਹੀਂ।
जिसले तू तूतां ਦੀਆਂ ਟਾਹਣੀਆਂ ਦੇ ਉੱਤੋਂ ਕਿਸੇ ਦੇ ਚੱਲਣ ਦੀ ਆਵਾਜ਼ ਸੁਣੀ ਤੇ ਫਿਰ ਤੂੰ ਹੱਲਾ ਕਰੀ ਤੇ ਮੈਂ ਤੇਰੇ ਅੱਗੇ ਅੱਗੇ ਜਾ ਕੇ ਉਹਨਾਂ ਨੂੰ ਮਾਰ। Isn't that amazing? ਇਸ ਤਰ੍ਹਾਂ ਦਾ ਸਾਡਾ ਇੱਕ ਪ੍ਰਭੂ ਇੰਨਾ ਪਿਆਰਾ ਪ੍ਰਭੂ, ਜੇ ਅਸੀਂ ਕਹਿੰਦੇ ਕਿ ਸਾਡੀਆਂ ਜੰਗਾਂ ਉਹ ਆਪ ਲੜਦਾ, ਦਾਊਦ ਦੀ ਜੰਗ ਕੌਣ ਲੜਦਾ ਪਿਆ? ਦਾਊਦ ਦੀ ਜੰਗ ਕੌਣ ਲੜਦਾ ਪਿਆ? ਇਸ ਤਰ੍ਹਾਂ ਪ੍ਰਭੂ ਸਾਡੇ ਨਾਲ ਹੱਥ ਵੀ ਬਣਿਆ, ਉਹ ਇਸੇ ਤਰ੍ਹਾਂ ਬਣਿਆ। ਔਰ ਇਸ ਲਈ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਹਾਂ ਤਾਂ ਉਸਨੇ ਕਿੱਦਾਂ ਦਾਊਦ ਨੂੰ ਇੱਕ ਪਲ ਜੇ ਦਾਊਦ ਨੇ ਉਸਨੂੰ ਇੰਨੀ ਇੱਜ਼ਤ ਦਿੱਤੀ ਤੇ ਪ੍ਰਭੂ ਵੀ ਉਸਨੂੰ ਇੱਜ਼ਤ ਦੇ ਰਿਹਾ, ਉਸਨੂੰ ਬਣਾ ਰਿਹਾ, ਉਸਨੂੰ ਉਠਾ ਰਿਹਾ, ਉਸਦੇ ਨਾਲ ਖੜਾ। ਮੇਰੇ ਨਾਲ ਇੱਕ ਹਿੱਸਾ ਅਸੀਂ ਹੋਰ ਪੜਾਂਗੇ ਜਿੱਥੇ ਦਾਊਦ ਦੀਆਂ ਜਿੱਤਾਂ, ਇੱਕ ਹੋਰ ਪ੍ਰਭੂ ਨੇ ਬੜੀ ਅਜੀਬ ਦਾਊਦ ਨੂੰ ਜਿੱਤ ਦਿੱਤੀ ਆ। ਰਾਜਾ ਦਾਊਦ ਮੇਰੇ ਨਾਲ ਉਧਰ ਆ ਜਾਓ, ਪਹਿਲੇ ਸੈਮੂਅਲ, ਦੂਸਰੇ ਸੈਮੂਅਲ ਦੇ ਵਿੱਚ ਅਸੀਂ ਉੱਥੇ ਹੀ ਜਾਣਾ ਜਿੱਥੇ ਅਸੀਂ ਸੀਗੇ। ਉੱਥੇ ਉਹਦਾ 16ਵਾਂ ਪਾਠ, 16ਵਾਂ ਪਾਠ, ਪਹਿਲਾ ਇਤਿਹਾਸ ਉਸਦਾ 16ਵਾਂ ਪਾਠ। ਵੀ ਸ਼ੇਅਰ ਕਰ ਦਵਾਂ ਤੁਹਾਡੇ ਨਾਲ। ਯਸ 18ਵਾਂ ਪਾਠ, ਔਰ ਇੱਥੇ ਇਸ ਦੀਆਂ 16 ਆਇਤਾਂ ਆ। ਔਰ ਉੱਥੇ ਸਾਨੂੰ ਇਹ ਦੱਸਦਾ ਪਿਆ ਕਿ ਕਿਸ ਤਰ੍ਹਾਂ ਪ੍ਰਭੂ ਉਸਨੂੰ ਲਗਾਤਾਰ ਜਿੱਤਾਂ ਦਿੰਦਾ ਜਾ ਰਿਹਾ, ਕਿਉਂਕਿ ਸੁਣੋ ਉਸਦੀਆਂ ਜਿੱਤਾਂ ਦੇ ਵੱਲ ਨੂੰ ਨਹੀਂ ਜਾਣਾ, ਇਹ ਸਾਰੇ ਹਿੱਸੇ ਹੁਣੇ ਦੇਖ ਲੈਣੇ ਆ। ਫਿਰ ਉਹਦੀ ਲੜਾਈ ਕਿਹਦੇ ਨਾਲ ਹੋਈ, ਕੀ ਹੋਈ, ਉਹ ਨਹੀਂ ਆਪਾਂ ਜਾਣ, ਫਿਰ ਆਪਾਂ ਦਾਊਦ ਦੀ ਜ਼ਿੰਦਗੀ ਦੇ ਵਿੱਚ ਵਾਪਸ ਆ ਜਾਣਾ। ਸੋ ਇਸ ਕਰਕੇ ਮੈਂ ਕਹਿੰਦਾ ਕਿ ਇਸ ਨੂੰ ਆਪਾਂ ਖਤਮ ਕਰ ਲਈਏ। ਸੋ 18ਵਾਂ ਭਾਵ ਉਸਦੀ 1 ਆਇਤ ਤੋਂ ਲੈ ਕੇ ਉਸਦੀ 16 ਆਇਤ ਤੱਕ ਮੈਂ ਪੜ੍ਹਦੀ ਹਾਂ ਪਾਸਟਰ ਜੀ। ਹਾਂਜੀ। ਦਾਊਦ ਦੀਆਂ ਜਿੱਤਾਂ। ਸੋ ਅੱਗੇ ਚੱਲ ਕੇ ਦਾਊਦ ਨੇ ਫਿਲਿਸਤੀ ਲੋਕਾਂ ਉੱਤੇ ਹੱਲੇ ਕੀਤੇ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਹਰਾ ਕੇ ਉਹਨਾਂ ਤੋਂ ਗਥ ਨਗਰ ਅਤੇ ਉਸਦੇ ਨਾਲ ਲੱਗਦੇ ਸਭ ਪਿੰਡ ਖੋਹ ਲਏ। ਫਿਰ ਉਸਨੇ ਮੁਆਬ ਦੇ ਲੋਕਾਂ ਨੂੰ ਹਰਾਇਆ ਤੇ ਉਸਦੇ ਅਧੀਨ ਹੋ ਕੇ ਉਸਨੂੰ ਟੈਕਸ ਭਰਨ ਲੱਗੇ। ਫਿਰ ਦਾਊਦ ਨੇ ਸ਼ੁਬਾ ਦੇ ਰਾਜੇ ਹਦਦਅਜ਼ਰ ਦਾ ਹਮਾਤ ਤੱਕ ਪਿੱਛਾ ਕੀਤਾ ਅਤੇ ਉਸਨੂੰ ਜਿੱਤ ਲਿਆ। ਸ਼ੁਬਾ ਫਰਾਤ ਦਰਿਆ ਦੇ ਕੰਢੇ ਉਤਲੇ ਆਪਣੇ ਇਲਾਕਿਆਂ ਨੂੰ ਛਡਾਉਣ ਆਇਆ ਸੀ ਜਦੋਂ ਦਾਊਦ ਨੇ ਉਸਨੂੰ ਹਰਾਇਆ। ਦਾਊਦ ਨੇ ਉਸਦੇ 1000 ਰੱਥ, 7000 ਘੋੜਸਵਾਰ ਅਤੇ 20000 ਪੈਦਲ ਸਿਪਾਹੀ ਬੰਦੀ ਬਣਾ ਲਏ। ਉਸਨੇ 100 ਰੱਥਾਂ ਦੇ ਲਈ ਘੋੜੇ ਰੱਖ ਕੇ ਬਾਕੀ ਸਭ ਨੂੰ ਲੰਘਿਆ ਕਰ ਦਿੱਤਾ। ਦਮਿਸ਼ਕ ਦੇ ਅਰਾਮੀ ਲੋਕ ਵੀ ਰਾਜਾ ਹਦਦਅਜ਼ਰ ਦੀ ਮਦਦ ਲਈ ਆਏ, ਪਰ ਦਾਊਦ ਨੇ ਉਹਨਾਂ ਦੇ 22000 ਆਦਮੀ ਮਾਰ ਦਿੱਤੇ। ਦਾਊਦ ਨੇ ਦਮਿਸ਼ਕ ਅਰਥਾਤ ਅਰਾਮੀ ਲੋਕਾਂ ਦੇ ਇਲਾਕੇ ਵਿੱਚ ਵੀ ਆਪਣੀਆਂ ਫੌਜਾਂ ਚੌਂਕੀਆਂ ਬਣਾਈਆਂ ਅਤੇ ਇਸ ਤਰ੍ਹਾਂ ਉਹ ਉਸਦੇ ਗੁਲਾਮ ਬਣ ਗਏ ਅਤੇ ਉਸਨੂੰ ਟੈਕਸ ਭਰਨ ਲੱਗੇ। ਜਿੱਥੇ ਵੀ ਦਾਊਦ ਜਾਂਦਾ ਸੀ ਪ੍ਰਭੂ ਉਸਨੂੰ ਜੇਤੂ ਕਰਦਾ ਸੀ। ਦਾਊਦ ਹਦਦਅਜ਼ਰ ਦੇ ਆਦਮੀਆਂ ਦੀਆਂ ਸੋਨੇ ਦੀਆਂ ਸਭ ਢਾਲਾਂ ਖੋਹ ਕੇ ਯਰੂਸ਼ਲਮ ਵਿੱਚ ਲੈ ਗਿਆ। ਹਦਦਅਜ਼ਰ ਦੇ ਨਗਰਾਂ ਤਿਬਹਤ ਅਤੇ ਕੂਨ ਵਿੱਚੋਂ ਦਾਊਦ ਨੇ ਬਹੁਤ ਸਾਰਾ ਕਹਿਆਂ ਵੀ ਲੁੱਟਿਆ, ਜਿਸ ਦੇ ਨਾਲ ਸੁਲੇਮਾਨ ਨੇ ਕਹਿਂ ਦਾ ਹੋਂਦ, ਥੰਮ ਅਤੇ ਭਾਂਡੇ ਬਣਾਏ ਸਨ। ਜਦੋਂ ਹਮਾਤ ਦੇ ਰਾਜਾ ਤੋਈ ਨੇ ਸੁਣਿਆ ਕਿ ਰਾਜਾ ਦਾਊਦ ਨੇ ਸ਼ੁਬਾ ਦੇ ਰਾਜਾ ਹਦਦਅਜ਼ਰ ਦੀ ਫੌਜ ਨੂੰ ਬੁਰੀ ਤਰ੍ਹਾਂ ਹਰਾਇਆ ਹੈ, ਤਾਂ ਉਸਨੇ ਆਪਣੇ ਪੁੱਤਰ ਹਦਰੋਆਮ ਨੂੰ ਦਾਊਦ ਨੂੰ ਵਧਾਈ ਦੇਣ ਲਈ ਘੱਲਿਆ, ਕਿਉਂਕਿ ਹਦਦਅਜ਼ਰ ਰਾਜਾ ਤੋਈ ਵਿਰੁੱਧ ਲੜਦਾ ਰਹਿੰਦਾ ਸੀ। ਸੋ ਹਦਰੋਆਮ ਦਾਊਦ ਕੋਲ ਸੋਨੇ, ਚਾਂਦੀ ਅਤੇ ਕਹਿਣ ਦੇ ਭਾਂਡੇ ਸੁਗਾਤ ਦੇ ਤੌਰ ਤੇ ਲੈ ਕੇ ਆਇਆ। ਦਾਊਦ ਨੇ ਉਹ ਚੀਜ਼ਾਂ ਬਾਕੀ ਕੌਮਾਂ ਦੇ ਸਭ ਸੋਨੇ ਚਾਂਦੀ ਦੇ ਨਾਲ ਜੋ ਉਸਨੇ ਜਿੱਤੇ ਸਨ ਪ੍ਰਭੂ ਦੇ ਸਾਹਮਣੇ ਅਰਪਿਤ ਕਰ ਦਿੱਤੇ। ਉਸਨੇ ਇਹਨਾਂ ਸਭ ਕੌਮਾਂ ਨੂੰ ਹਰਾਇਆ ਸੀ, ਅਰਾਮੀ, ਮੁਆਬੀ, ਅਮੋਨੀ, ਫਿਲਿਸਤੀ ਅਤੇ ਅਮਾਲੇਕੀ।
ਸਰੂਆ ਦੇ ਪੁੱਤਰ ਅਬਿਸ਼ਈ ਨੇ 18,000 ਅਦੋਮੀ ਲੋਕਾਂ ਨੂੰ ਲੂਣ ਦੀ ਵਾਦੀ ਵਿੱਚ ਮਾਰਿਆ ਸੀ। ਉਸਨੇ ਆਪਣੀਆਂ ਫੌਜੀ ਚੌਂਕੀਆਂ ਸਾਰੇ ਅਦੋਮ ਵਿੱਚ ਬਿਠਾ ਦਿੱਤੀਆਂ ਅਤੇ ਅਦੋਮੀ ਦਾਊਦ ਦੇ ਗੁਲਾਮ ਬਣ ਗਏ। ਦਾਊਦ ਜਿੱਥੇ ਵੀ ਜਾਂਦਾ ਸੀ ਪ੍ਰਭੂ ਉਸ ਨੂੰ ਜੇਤੂ ਕਰਦਾ ਸੀ। ਸੋ ਦਾਊਦ ਸਾਰੇ ਇਜ਼ਰਾਈਲ ਉੱਤੇ ਰਾਜ ਕਰਦਾ ਸੀ ਅਤੇ ਇਸ ਗੱਲ ਦਾ ਧਿਆਨ ਰੱਖਦਾ ਸੀ ਕਿ ਉਸਦੀ ਸਾਰੀ ਪ੍ਰਜਾ ਨੂੰ ਠੀਕ ਠੀਕ ਨਿਆਂ ਮਿਲੇ। ਸਰੂਆ ਦੇ ਪੁੱਤਰ ਯੋਆਬ ਦਾਊਦ ਦਾ ਸੈਨਾਪਤੀ ਸੀ ਅਤੇ ਅਹੀਲੂਦ ਦਾ ਪੁੱਤਰ ਯਹੋਸ਼ਾਫਟ ਉਸ ਦਾ ਇਤਿਹਾਸਕਾਰ ਸੀ। ਅਹੀਦੂਬ ਦਾ ਪੁੱਤਰ ਸਦੋਕ ਅਤੇ ਅਬਿਆਥਾਰ ਦਾ ਪੁੱਤਰ ਅਹੀਮਲਕ ਪ੍ਰੋਹਤ ਸਨ ਅਤੇ ਸਰਾ ਲਿਖਾਰੀ ਸੀ। ਯਾਦਾ ਦਾ ਪੁੱਤਰ ਬਨਿਆਦ ਦਾਊਦ ਦੇ ਸੁਰੱਖਿਆ ਦਲ ਦਾ ਆਗੂ ਸੀ ਅਤੇ ਦਾਊਦ ਦੇ ਆਪਣੇ ਪੁੱਤਰ ਦੀਵਾਨ ਸਨ। ਸੋ ਹੁਣ ਪੁੱਤਰਾਂ ਨੂੰ ਵੀ ਉਹਨਾਂ ਦੀ ਜਗ੍ਹਾ ਮਿਲਣੀ ਸ਼ੁਰੂ ਹੋ ਗਈ। ਸਾਨੂੰ ਪਤਾ ਕਿ ਜਿਸ ਵੇਲੇ ਅਸੀਂ ਸਰੂਆ ਦਾ ਪੁੱਤਰ ਅਬਿਸ਼ਾਈ ਇਹ ਗਿਆ ਸੀ, ਇਹਨੇ ਜਾ ਕੇ ਸਾਊਲ ਦਾ ਨੇਜਾ ਔਰ ਉਸਦੀ ਸੁਰਾਹੀ ਇਹ ਚੁੱਕ ਕੇ ਲਿਆਇਆ ਸੀ। ਕਿਸ ਤਰ੍ਹਾਂ ਹੁਣ ਇਹ ਵੱਡੀਆਂ ਪੋਸਟਾਂ ਦੇ ਉੱਤੇ ਬੈਠੇ ਹੋ ਆ, ਕਿੱਦਾਂ ਇਹ ਦਾਊਦ ਦੇ ਮਦਦਗਾਰ ਆ, ਕਿੱਦਾਂ ਇਲਾਕਿਆਂ ਨੂੰ ਇਹਨੇ ਸੰਭਾਲਿਆ ਆ। ਔਰ ਇਹ ਚੀਜ਼ਾਂ ਅਸੀਂ ਦੇਖਦੇ ਪਏ, ਜਿਹੜੇ ਵਿਚਾਰੇ ਦਾਊਦ ਦੇ ਕੋਲ ਦੌੜ ਕੇ ਆਏ ਸੀਗੇ ਆਪਣੀਆਂ ਜਾਨਾਂ ਬਚਾਉਂਦੇ ਸਾਊਲ ਦੇ ਕੋਲ, ਔਰ ਉਹ ਲੋਕਾਂ ਨੂੰ ਪ੍ਰਭੂ ਨੇ ਉਹਨਾਂ ਨੂੰ ਵੀ ਉੱਚਾ ਕੀਤਾ। ਦਾਊਦ ਨੂੰ ਨਹੀਂ ਉੱਚਾ ਕੀਤਾ, ਉਹਨਾਂ ਨੂੰ ਵੀ ਉੱਚਾ ਕੀਤਾ, ਕਿਉਂਕਿ ਉਹਨਾਂ ਨੇ ਦਾਊਦ ਦਾ ਸਾਥ ਦਿੱਤਾ। ਔਰ ਪ੍ਰਭੂ ਕਿਸ ਤਰ੍ਹਾਂ ਸਾਰਾ ਕੁਝ ਬਣਾ ਰਿਹਾ ਦਾਊਦ ਦਾ, ਕਿੱਦਾਂ ਪ੍ਰਭੂ ਨੇ ਉਹਦੀਆਂ ਜਿਹੜੀਆਂ ਹੈਗੀਆਂ ਨੀਆਂ ਗੱਡ ਦਿੱਤੀਆਂ। ਹੁਣ ਲੋਕ ਡਰਦੇ ਆ ਔਰ ਦੂਸਰੀਆਂ ਕੌਮਾਂ ਦੇ ਲੋਕਾਂ ਨੇ ਸੰਧੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਦਾਊਦ ਦੇ ਨਾਲ ਸੰਧੀ ਕਰਦੇ ਪਏ। Can you believe it? ਕਿ ਚਰਵਾਹੇ ਨੂੰ ਪ੍ਰਭੂ ਨੇ ਚੁੱਕ ਕੇ ਇੱਥੇ ਲੈ ਗਿਆ। ਸੋਚ ਕੇ ਦੇਖੋ ਤੁਸੀਂ, ਜਿੱਦਾਂ ਇੰਡੀਆ ਦੇ ਵਿੱਚ ਅਸੀਂ ਤਾਂ ਬੱਕਰੀਆਂ ਚਾਰਦੇ ਦੇਖੇ ਆ, ਹੱਥ ਦੇ ਵਿੱਚ ਲਾਠੀ ਫੜੀ ਹੁੰਦੀ ਸੀਗੀ, ਰਾਈਟ। ਇੱਕ ਉਹ ਉੱਤੋਂ ਦਰਖਤਾਂ ਨੂੰ ਛਾਂਗਣ ਦੇ ਲਈ ਇੱਕ ਵੱਡੀ ਸਾਰੀ ਲਾਠੀ ਤੇ ਉਹਦੇ ਮੂਹਰੇ ਲੱਗੀ ਹੁੰਦੀ ਸੀ ਕੋਈ ਚੀਜ਼, ਜਿੰਨਾ ਉਹ ਕੱਟਦੇ ਸੀ ਉਹ ਫੜੀ ਹੁੰਦੀ ਸੀ। ਕਦੀ ਸਕੂਲ ਦਾ ਪਿਛਲਾ ਪਾਸਾ ਵੀ ਨਹੀਂ ਦੇਖਿਆ ਸੀ, ਅੰਦਰ ਤਾਂ ਜਾਣਾ ਕੀ ਸੀ। ਥਿੰਕ ਅਬਾਊਟ ਤੇ ਉੱਥੋਂ ਚੁੱਕ ਕੇ ਪ੍ਰਭੂ ਨੇ ਕਿੱਥੇ ਬਿਠਾਤਾ। ਉਹਦੀ ਸੰਤਾਨ ਅੱਜ ਦੀਵਾਨ ਲਾਉਂਦੀ ਹੈ, ਉਹਦੀ ਸੰਤਾਨ ਜਿਹੜੀ ਆ ਉਹਨਾਂ ਨੂੰ ਪ੍ਰਭੂ ਨੇ ਅਹੁਦੇ ਦਿੱਤੇ। ਔਰ ਇਹ ਪ੍ਰਭੂ ਦੀ ਕਿੱਡੀ ਵੱਡੀ ਰਹਿਮ ਜਿਹੜੀ ਹੋ ਰਹੀ ਆ। 19ਵਾਂ ਚੈਪਟਰ ਤੁਸੀਂ ਆਪ ਪੜ੍ਹ ਲਿਓ, 20ਵਾਂ ਚੈਪਟਰ ਅਸੀਂ ਪੜਾਂਗੇ। ਜਿਸਨੂੰ ਮਿਲ ਜਾਏ, ਇਸਨੇ ਸਿਰਫ 8 ਆਇਤ। ਮੈਂ ਪੜ੍ਹਨਾ ਬਸ ਜੀ। ਹਾਂਜੀ। ਦਾਊਦ ਦੀ ਅਮੋਨੀ ਤੇ ਅਰਾਮੀ ਲੋਕਾਂ ਉੱਤੇ ਜਿੱਤ। ਅਗਲੇ ਸਾਲ ਬਸੰਤ ਦੀ ਰੁੱਤੇ ਜਦੋਂ ਆਮ ਕਰਕੇ ਰਾਜਾ ਲੋਕ ਲੜਾਈ ਲਈ ਨਿਕਲਦੇ ਹਨ, ਤਾਂ ਜਵਾਬ ਨੇ ਸੈਨਾ ਦੀ ਅਗਵਾਈ ਕੀਤੀ ਅਤੇ ਅਮੋਨੀਆਂ ਦੇ ਦੇਸ਼ ਨੂੰ ਨਾਸ਼ ਕਰ ਦਿੱਤਾ। ਜਵਾਬ ਨੇ ਰਵਾਹ ਨਗਰ ਉੱਤੇ ਕਬਜ਼ਾ ਕਰ ਲਿਆ। ਇਸ ਸਮੇਂ ਦਾਊਦ ਯਰੂਸ਼ਲਮ ਵਿੱਚ ਹੀ ਸੀ। ਦਾਊਦ ਨੇ ਅਮੋਨੀਆਂ ਦੇ ਰਾਜੇ ਦਾ ਸੋਨੇ ਦਾ ਤਾਜ ਉਸਦੇ ਸਿਰ ਤੋਂ ਲਾ ਲਿਆ, ਜਿਸ ਦਾ ਭਾਰ 34 ਕਿਲੋ ਸੀ ਤੇ ਉਸ ਵਿੱਚ ਇੱਕ ਬਹਿਮੁੱਲਾ ਹੀਰਾ ਲੱਗਾ ਹੋਇਆ ਸੀ। ਦਾਊਦ ਨੇ ਉਹ ਤਾਜ ਲੈ ਕੇ ਆਪਣੇ ਸਿਰ ਉੱਤੇ ਰੱਖਿਆ ਤੇ ਨਗਰ ਵਿੱਚੋਂ ਬਹੁਤ ਸਾਰਾ ਹੋਰ ਮਾਲ ਵੀ ਲੁੱਟਿਆ। ਦਾਊਦ ਰਵਾਹ ਨਿਵਾਸੀਆਂ ਨੂੰ ਬਾਹਰ ਲੈ ਕੇ ਆਇਆ ਅਤੇ ਉਹਨਾਂ ਕੋਲੋਂ ਹਰ ਤਰ੍ਹਾਂ ਦੇ ਕੰਮ ਲੈਣੇ ਸ਼ੁਰੂ ਕੀਤੇ, ਲੱਕੜੀ ਚੀਰਨ ਦਾ, ਲੋਹਾ ਕੁੱਟਣ ਦਾ, ਇੱਟਾਂ ਪੱਥਣ ਦਾ ਆਦਿ। ਉਸ ਨੇ ਇਹੋ ਹਾਲ ਹੋਰ ਥਾਵਾਂ ਦੇ ਅਮੋਨੀ ਲੋਕਾਂ ਨਾਲ ਕੀਤਾ। ਇਹ ਸਭ ਕਰਨ ਦੇ ਪਿੱਛੋਂ ਦਾਊਦ ਆਪਣੇ ਲੋਕਾਂ ਨੂੰ ਲੈ ਕੇ ਯਰੂਸ਼ਲਮ ਨੂੰ ਮੁੜ ਆਇਆ। ਤਦ ਗਜਰ ਦੀ ਥਾਂ ਉੱਤੇ ਫਿਲਸਤੀਆਂ ਅਤੇ ਇਜ਼ਰਾਈਲੀਆਂ ਵਿੱਚ ਫਿਰ ਲੜਾਈ ਹੋਈ ਅਤੇ ਇਸ ਲੜਾਈ ਵਿੱਚ ਸਬਕਈ ਨੇ, ਜੋ ਹੁਸ਼ਾਦ ਦਾ ਨਿਵਾਸੀ ਸੀ, ਇੱਕ ਸਪਈ ਨਾਂ ਦੇ ਦੈਂਤ ਨੂੰ ਕਤਲ ਕਰ ਦਿੱਤਾ। ਇਸ ਤਰ੍ਹਾਂ ਫਿਲਸਤੀ ਹਾਰ ਗਏ। ਇਸ ਦੇ ਪਿੱਛੋਂ ਫਿਲਸਤੀਆਂ ਅਤੇ ਇਜ਼ਰਾਈਲੀਆਂ ਵਿੱਚ ਇੱਕ ਹੋਰ ਲੜਾਈ ਹੋਈ ਅਤੇ ਇਸ ਲੜਾਈ ਵਿੱਚ ਯਾਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗਲਿਆਦ ਦੇ ਭਰਾ ਲਹਿਮੀ ਦੈਂਤ ਨੂੰ ਕਤਲ ਕੀਤਾ ਤੇ ਜਿਸ ਦੇ ਨੇਜੇ ਦਾ ਫਲ ਜਲਾਹੇ ਦੀ ਤੁਰ ਵਰਗਾ ਸੀ। ਫਿਰ ਗੱਥ ਵਿੱਚ ਇੱਕ ਹੋਰ ਲੜਾਈ ਹੋਈ। ਇਸ ਲੜਾਈ ਵਿੱਚ ਇੱਕ ਵੱਡਾ ਲੰਮਾ ਦੈਂਤ ਆਇਆ, ਜਿਸ ਦੇ ਹੱਥਾਂ ਤੇ ਪੈਰਾਂ ਦੀਆਂ 6-6 ਉਂਗਲੀਆਂ ਸਨ, ਅਰਥਾਤ ਉਸ ਦੀਆਂ ਕੁੱਲ ਉਂਗਲੀਆਂ 24 ਸਨ। ਉਸ ਦੈਂਤ ਨੇ ਆ ਕੇ ਇਜ਼ਰਾਈਲੀਆਂ ਨੂੰ ਲਲਕਾਰਿਆ ਤਾਂ ਉਸ ਨੂੰ ਦਾਊਦ
ਦੇ ਭਰਾ ਸ਼ਮੇਈ ਦੇ ਪੁੱਤਰ ਜੋਨਾਥਾਨ ਨੇ ਕਤਲ ਕਰ ਦਿੱਤਾ। ਸੋ ਇਹ ਚਾਰੇ ਦੈਂਤ ਜੋ ਮਾਰੇ ਗਏ ਸਨ ਤੇ ਇਹਨਾਂ ਨੂੰ ਦਾਊਦ ਅਤੇ ਉਸਦੇ ਆਦਮੀਆਂ ਨੇ ਮਾਰ ਦਿੱਤਾ। ਮਾਰ ਦਿੱਤਾ। ਔਰ ਕਿੱਡੀ ਹਾਂਜੀ। ਵੱਡੀ ਪ੍ਰਭੂ। ਔਰ ਇੱਕ ਸਮਾਂ ਸੀ ਜਿੱਤਾ ਜਿਸ ਵੇਲੇ ਗੋਲਾਇਥ ਬਾਹਰ ਆਇਆ ਸੀ ਤੇ ਸਾਊਲ ਦੀ ਸਾਰੀ ਆਰਮੀ ਡਰੀ ਹੋਈ ਸੀ। ਇੱਥੇ ਇਹ ਵੀ ਲਿਖਿਆ ਜਾ ਸਕਦਾ ਸੀ ਕਿ ਦਾਊਦ ਨੇ ਉਹ ਚਾਰੇ ਮਾਰ ਦਿੱਤੇ। ਨਹੀਂ, ਲੋਕਾਂ ਦੇ ਵਿੱਚ ਇੰਨਾ ਹੌਸਲਾ ਆਇਆ ਇਸ ਵੇਲੇ ਕਿ ਸਾਡੇ ਰਾਜੇ ਦਾ ਜਿਹੜਾ ਹੱਥ ਆ ਪ੍ਰਭੂ ਦੇ ਹੱਥ ਦੇ ਵਿੱਚ, ਔਰ ਹਰ ਕੋਈ ਉਹਨਾਂ ਨੂੰ ਮਾਰਨ ਨੂੰ ਨਿਕਲਦਾ ਪਿਆ। ਕੱਲਾ ਇਹੋ ਹੀ ਨਹੀਂ, ਹਰ ਕੋਈ ਤਿਆਰ ਆ। ਉਹ ਲਲਕਾਰ ਦੇ ਮਗਰੋਂ ਬਾਹਰ ਆ ਜਾਂਦੇ ਉਸੇ ਵੇਲੇ। ਕਿਉਂ? ਦਾਊਦ ਨੇ ਉਹਨਾਂ ਨੂੰ ਇੱਕੋ ਚੀਜ਼ ਸਿਖਾਈ ਹੋਇਆ, ਇਹ ਰਾਜਾ ਦਾਊਦ ਦੀ ਆਰਮੀ ਨਹੀਂ, ਇਹ ਰਾਜਾ ਦਾਊਦ ਦੀ ਫੌਜ ਨਹੀਂ, ਇਹ ਪ੍ਰਭੂ ਦੀ ਫੌਜ ਹੈ, ਇਹ ਪ੍ਰਭੂ ਦੀ ਫੌਜ ਹੈ। ਇਸ ਲਈ ਉਹ ਤੁਹਾਨੂੰ ਲਲਕਾਰਦੇ ਆ, ਉਹ ਪ੍ਰਭੂ ਨੂੰ ਲਲਕਾਰਦੇ ਆ, ਉਹਦਾ ਨਾਂ ਲੈ ਕੇ ਚੜ ਜਾਓ ਉਹਨਾਂ ਉੱਤੇ। ਔਰ ਪ੍ਰਭੂ ਜਿੱਤਾਂ ਦੇ ਰਿਹਾ, ਪ੍ਰਭੂ ਜਿੱਤਾਂ ਦੇ ਰਿਹਾ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਇਹ ਜਿਹੜੇ ਦੈਂਤ ਹੁੰਦੇ ਸੀਗੇ, ਇਹ ਬੇਸਿਕਲੀ ਮਰਸਨਰੀਜ਼ ਹੁੰਦੇ ਸੀ, ਇਹ ਪਹਾੜੇ ਦੇ ਹੁੰਦੇ ਸੀ। ਇਹਨਾਂ ਨੂੰ ਇਹ ਨਹੀਂ ਹੁੰਦਾ ਸੀਗਾ ਕਿ ਇਹਨਾਂ ਨੇ ਫਲਸਤੀਨਾਂ ਵੱਲੋਂ ਲੜਨਾ, ਕਿ ਅਰਾਮੀਆਂ ਵੱਲੋਂ ਲੜਨਾ, ਕਿ ਕਿਹਦੇ ਵੱਲੋਂ ਲੜਨਾ। ਜਿਹਨੇ ਜ਼ਿਆਦਾ ਪੈਸੇ ਦੇ ਦਿੱਤੇ ਉਹਨਾਂ ਵੱਲੋਂ ਇਹ ਲੜਨ ਦੀ ਤੁੱਕ ਨਹੀਂ ਹੁੰਦੀ ਸੀ। ਲੇਕਿਨ ਇੱਥੇ ਜਿਹੜਾ ਪ੍ਰਭੂ ਆ ਉਹ ਉਹਨਾਂ ਦਾ ਵੀ ਬੇਸਿਕਲੀ ਕੁੱਲ ਨਾਸ਼ ਸ਼ੁਰੂ ਕਰਦਾ ਕਿ ਤਾਂ ਕਿ ਜਿੰਨੀ ਦੇਰ ਤੱਕ ਦਾਊਦ ਇੱਕ ਭਲਾਈ ਵਾਲਾ ਰਾਜਾ ਰਹੇਗਾ, ਇਹ ਵਾਪਸ ਮੂੰਹ ਨਹੀਂ ਕਰਨਗੇ ਉੱਧਰ। ਪ੍ਰਭੂ ਨੇ ਆਪ ਹੀ ਕਿਉਂ ਨਹੀਂ ਉਹਨਾਂ ਨੂੰ ਮਾਰ ਦਿੱਤਾ? ਦਾਊਦ ਨੂੰ ਉੱਥੋਂ ਕੋਈ ਲੈ ਕੇ ਜਾ ਰਿਹਾ। ਕਾਰਨ ਇਹ ਹੈ ਕਿ ਲੋਕਾਂ ਨੂੰ ਦਿਖਾਉਣਾ ਮੰਗਦਾ ਕਿ ਦੇਖੋ ਮੈਂ ਇਸ ਦੇ ਮੈਂ ਹੀ ਕੰਮ ਕਰਦਾ। ਜਿਸ ਲਈ ਅਸੀਂ ਦਾਊਦ ਦੀ ਜ਼ਿੰਦਗੀ ਨੂੰ ਦੇਖਦੇ ਹਾਂ ਤਾਂ ਇਸ ਤਰ੍ਹਾਂ ਦੇਖਦੇ ਪਏ ਹਾਂ ਕਿ ਜਿਸ ਨੇ ਪ੍ਰਭੂ ਨੂੰ ਪਿਆਰ ਕੀਤਾ ਸੀ, ਇਹ ਸਭ ਕੁਝ ਉਸਨੂੰ ਤਾਂ ਮਿਲਦਾ ਗਿਆ ਕਿ ਉਹ ਪ੍ਰਭੂ ਤੋਂ ਉਸਨੇ ਕੋਈ ਚੀਜ਼ ਕੋਈ ਨਹੀਂ ਮੰਗੀ। ਸਭ ਕੁਝ ਪ੍ਰਭੂ ਨੇ ਉਸਦੀ ਝੋਲੀ ਚ ਪਾਇਆ। ਉਸਨੇ ਪ੍ਰਭੂ ਤੋਂ ਰਾਖੀ ਮੰਗੀ, ਰਾਈਟ। ਉਸਨੇ ਪ੍ਰਭੂ ਤੋਂ ਜਿਸ ਲਈ ਉਹ ਜਾਨ ਚਾਹੁੰਦਾ ਦੌੜਾ ਸੀਗਾ ਆਪਣੀ, ਉਸ ਵੇਲੇ ਉਸਨੇ ਮੰਗਿਆ ਕਿ ਪ੍ਰਭੂ ਮੇਰੇ ਤੇ ਮੇਰੇ ਲੋਕਾਂ ਦੀ ਸੰਭਾਲ ਕਰ। ਉਸਨੇ ਪ੍ਰਭੂ ਕਦੀ ਕੁਛ ਨਹੀਂ ਸੀ। ਰੋਜ਼ ਦੀਆਂ ਜ਼ਰੂਰਤਾਂ ਤੋਂ, ਔਰ ਦੇਖੋ ਪ੍ਰਭੂ ਨੇ ਉਸਨੂੰ ਕੀ ਕੁਛ ਦਿੱਤਾ। ਕਿਸ ਤਰ੍ਹਾਂ ਉਸ ਸਾਰੇ ਇਲਾਕੇ ਦੇ ਵਿੱਚ ਪ੍ਰਭੂ ਨੇ ਮਾਣ ਦੇ ਦਿੱਤਾ। ਕੀ ਸੀਰੀਆ, ਕੀ ਲਬਨਾਨ ਅੱਜ ਦਾ, ਕੀ ਉਧਰੋਂ ਇਜਿਪਟ, ਰਾਈਟ। ਪ੍ਰਭੂ ਨੇ ਕਿੰਨਾ ਮਾਣ ਦਿੱਤਾ, ਕਿੱਦਾਂ ਉੱਚਾ ਠਾਰਿਆ। ਔਰ ਇਹ ਪ੍ਰਭੂ ਦੀ ਮਹਾਨਤਾ। ਜਿਸ ਲਈ ਅਸੀਂ ਪ੍ਰਭੂ ਨੂੰ ਪਿਆਰ ਕਰਦੇ ਹਾਂ ਤਾਂ ਫਿਰ ਉਸ ਦੀਆਂ ਬਰਕਤਾਂ ਅਜੀਬ ਹੁੰਦੀਆਂ। ਸੋ ਦਾਊਦ ਨੇ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਦਾ ਪਿਆ। ਸੋ ਹੁਣ ਮੇਰੇ ਨਾਲ ਆ ਜਾਓ, ਅਸੀਂ ਚੱਲੀਏ ਆਪਣੀ ਜਿਹੜੀ ਯਾਤਰਾ ਤੇ ਤੁਰੇ ਹਾਂ। ਹੁਣ ਅਸੀਂ ਲੜਾਈਆਂ ਬਾਰੇ ਬਹੁਤਾ ਨਹੀਂ ਦੇਖਾਂਗੇ। ਜਿੰਨੇ ਵੀ ਜ਼ਬੂਰ ਅਸੀਂ ਪੜ੍ਹੇ ਆ, ਅਗਰ ਤੁਸੀਂ ਲਿਖਣਾ ਮੰਗਦੇ ਆ, ਜ਼ਬੂਰ 58, 93, 95, 118 ਅਸੀਂ ਪੜ੍ਹਿਆ ਨਹੀਂ, ਉਹ ਤੁਸੀਂ ਪੜ੍ਹ ਸਕਦੇ ਆ ਆਪ। 96 ਔਰ ਜ਼ਬੂਰ ਉਸ ਤੋਂ ਬਾਅਦ 98, 106 ਵੀ ਨਹੀਂ ਅਸੀਂ ਪੜ੍ਹਿਆ, ਕਾਫੀ ਲੰਬਾ ਜ਼ਬੂਰ ਆ, ਉਹ ਵੀ ਇਹਦੇ ਵਿੱਚ ਆਉਂਦਾ। ਫਿਰ 99, 100, 101, 105, 139, 142, 15 ਤੇ 24 ਜ਼ਬੂਰ। ਇਹ ਸਾਰੇ ਦੇ ਸਾਰੇ ਜ਼ਬੂਰ 6 ਤੇ 7 ਚੈਪਟਰ ਦੇ ਵਿੱਚ ਆਉਂਦੇ। ਦੂਸਰਾ ਸੈਮੂਅਲ ਚੈਪਟਰ 6 ਤੇ 7। ਔਰ ਇਹ ਸਾਰੇ ਦੇ ਸਾਰੇ ਜਿਹੜੇ ਜ਼ਬੂਰ ਆ, ਇਹ ਉਸ ਸਮੇਂ ਦੇ ਆ ਜਿਸ ਲਈ ਦਾਊਦ ਨੂੰ ਪ੍ਰਭੂ ਨੇ ਜਰੂਸਲਮ ਦੇ ਦਿੱਤਾ, ਔਰ ਜਰੂਸਲਮ ਨੂੰ ਉਸਨੇ ਪ੍ਰਭੂ ਦੇ ਲਈ ਅਨੋਇੰਟ ਕੀਤਾ, ਔਰ ਉੱਥੇ ਉਹ ਪ੍ਰਭੂ ਦੀ
ਜਿਹੜੀ ਸੀਗੀ ਜਿਹੜਾ ਸੀਗਾ ਪ੍ਰਭੂ ਦਾ ਸੰਦੂਕ ਉਹ ਲੈ ਕੇ ਆਇਆ। ਹੁਣ ਦਾਊਦ ਨੇ ਇੱਕ ਐਸੇ ਮਹਿਲ ਦੇ ਵਿੱਚ ਬੈਠਾ ਜਿਹਦੇ ਤੇ ਉਹਦੀ ਇੱਕ ਪੈਣੀ ਨਹੀਂ ਲੱਗੀ, ਔਰ ਜਿਹੜਾ ਉਸਨੇ ਕਿਹਾ ਵੀ ਨਹੀਂ ਕਿ ਮੇਰੇ ਲਈ ਬਣਾਇਆ ਜਾਏ। ਦਾਊਦ ਨੂੰ ਦੇ ਲਈ ਪ੍ਰਭੂ ਨੇ ਘਰ ਵੀ ਬਣਵਾਇਆ, ਔਰ ਕਿਤੋਂ ਬਣਵਾਇਆ? ਹੀਰਾਮ ਦੇ ਰਾਜੇ। ਔਰ ਉਸਨੇ ਕਿਹਾ ਕਿ ਇਹਨਾਂ ਨੇ ਕੀ ਬਣਾਉਣਾ ਤੇਰੇ ਲਈ, ਮੈਂ ਘੱਲਦਾ ਆਪਣੇ ਕਾਰੀਗਰ, ਦੇਖੀ ਤੂੰ ਮਹਿਲ ਬਣਦਾ ਤੇਰਾ। ਸੋ ਆਓ ਹੁਣ ਦਾਊਦ ਜਿਸ ਲਈ ਉਸ ਮਹਿਲ ਦੇ ਵਿੱਚ ਆ, ਤੇ ਹੁਣ ਉਸਦਾ ਦਿਲ ਦੇ ਵਿੱਚ ਇੱਕ ਬਹੁਤ ਵੱਡੀ ਆਸ਼ਾ ਜਗ। ਆਓ ਅਸੀਂ 7ਵਾਂ ਭਾਵ ਤੇ ਇਸ ਦੀਆਂ ਅਸੀਂ ਪਹਿਲੀਆਂ 17 ਆਇਤਾਂ ਜਿਸ ਨੂੰ ਮਿਲ ਜਾ। ਮੈਂ ਪੜ੍ਹਦੀ ਹਾਂ ਪਾਸਟਰ ਜੀ। ਨਾਥਾਨ ਨਬੀ ਦਾ ਦਾਊਦ ਲਈ ਸੰਦੇਸ਼। ਫਿਰ ਜਦੋਂ ਰਾਜਾ ਦਾਊਦ ਨੂੰ ਪ੍ਰਭੂ ਨੇ ਉਸਦੇ ਸਭ ਵੈਰੀਆਂ ਤੋਂ ਸ਼ਾਂਤੀ ਦਿੱਤੀ ਤਾਂ ਉਹ ਆਪਣੇ ਮਹਿਲ ਵਿੱਚ ਅਮਨ ਚੈਨ ਨਾਲ ਰਹਿਣ ਲੱਗਾ। ਤਦ ਦਾਊਦ ਰਾਜਾ ਨੇ ਨਾਥਾਨ ਨਬੀ ਨੂੰ ਕਿਹਾ, ਮੈਂ ਤਾਂ ਦਿਆਰ ਦੇ ਬਣੇ ਸੁੰਦਰ ਮਹਿਲ ਵਿੱਚ ਰਹਿ ਰਿਹਾ ਹਾਂ, ਪਰ ਪਰਮੇਸ਼ਰ ਦਾ ਪਵਿੱਤਰ ਸੰਦੂਕ ਕੇਵਲ ਇੱਕ ਸਧਾਰਨ ਤੰਬੂ ਵਿੱਚ ਹੀ ਰਹਿ ਰਿਹਾ ਹੈ। ਨਾਥਾਨ ਨਬੀ ਨੇ ਦਾਊਦ ਨੂੰ ਕਿਹਾ, ਤੂੰ ਆਪਣੇ ਮਨ ਦੀ ਇੱਛਾ ਅਨੁਸਾਰ ਕਰ, ਪ੍ਰਭੂ ਤੇਰੇ ਨਾਲ ਹੈ। ਪਰ ਉਸ ਰਾਤ ਨਾਥਾਨ ਨਬੀ ਕੋਲ ਪ੍ਰਭੂ ਦਾ ਇਹ ਸੰਦੇਸ਼ ਦਾਊਦ ਲਈ ਆਇਆ, ਤੂੰ ਜਾ ਕੇ ਮੇਰੇ ਦਾਸ ਦਾਊਦ ਨੂੰ ਕਹਿ, ਤੂੰ ਮੇਰੇ ਲਈ ਘਰ ਨਹੀਂ ਬਣਾਵੇਗਾ। ਜਦੋਂ ਮੈਂ ਇਸਰਾਏਲੀ ਲੋਕਾਂ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ ਸਾਂ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਮੈਂ ਕਦੀ ਘਰ ਦੇ ਅੰਦਰ ਨਹੀਂ ਰਿਹਾ ਹਾਂ, ਸਗੋਂ ਮੈਂ ਕੇਵਲ ਤੰਬੂ ਵਿੱਚ ਰਹਿੰਦਿਆਂ ਹੀ ਸਭ ਪਾਸੇ ਯਾਤਰਾ ਕੀਤੀ ਹੈ। ਕਿ ਮੈਂ ਅੱਜ ਤੱਕ ਜਿੱਥੇ ਵੀ ਗਿਆ ਅਤੇ ਇਸਰਾਏਲੀਆਂ ਲਈ ਆਪਣੇ ਠਹਿਰਾਏ ਹੋਏ ਕਿਸੇ ਵੀ ਨਿਆਂ ਪ੍ਰਬੰਧਕ ਨੂੰ ਆਪਣੇ ਲਈ ਦਿਆਰ ਦਾ ਘਰ ਬਣਾਉਣ ਦੇ ਲਈ ਕਿਹਾ ਹੈ? ਸੋ ਤੂੰ ਮੇਰੇ ਦਾਸ ਦਾਊਦ ਨੂੰ ਕਹਿ ਕਿ ਮੈਂ ਮਹਾਨ ਪ੍ਰਭੂ ਉਸ ਨੂੰ ਇਹ ਕਹਿੰਦਾ ਹਾਂ ਕਿ ਮੈਂ ਤੈਨੂੰ ਭੇਡਾਂ ਦੇ ਵਿੱਚੋਂ ਹਟਾ ਕੇ ਆਪਣੇ ਲੋਕਾਂ ਦਾ ਰਾਜਾ ਥਾਪਿਆ ਹੈ। ਜਿੱਥੇ ਵੀ ਤੂੰ ਗਿਆ ਹੈ ਮੈਂ ਤੇਰੇ ਨਾਲ ਰਿਹਾ ਹਾਂ ਅਤੇ ਤੇਰੇ ਸਭ ਵੈਰੀਆਂ ਨੂੰ ਤੇਰੇ ਅੱਗਿਓਂ ਦੂਰ ਕੀਤਾ ਹੈ। ਹੁਣ ਤੇਰੇ ਨਾਂ ਨੂੰ ਇਸ ਧਰਤੀ ਤੇ ਸਭ ਤੋਂ ਮਹਾਨ ਲੋਕਾਂ ਵਾਂਗ ਉੱਚਾ ਕਰਾਂਗਾ। ਮੈਂ ਆਪਣੇ ਲੋਕਾਂ ਇਸਰਾਏਲੀਆਂ ਦੇ ਰਹਿਣ ਲਈ ਇੱਕ ਥਾਂ ਤਿਆਰ ਕੀਤੀ ਹੈ ਜਿੱਥੇ ਉਹ ਅਮਨ ਚੈਨ ਨਾਲ ਰਹਿਣਗੇ। ਅੱਗੇ ਤੋਂ ਕੋਈ ਵੀ ਉਹਨਾਂ ਉੱਤੇ ਕਿਸੇ ਤਰ੍ਹਾਂ ਦਾ ਅਤਿਆਚਾਰ ਨਹੀਂ ਕਰੇਗਾ, ਜਿਸ ਤਰ੍ਹਾਂ ਨਿਆਂ ਪ੍ਰਬੰਧਕਾਂ ਦੇ ਦਿਨਾਂ ਤੋਂ ਉਹਨਾਂ ਉੱਤੇ ਹੁੰਦਾ ਆਇਆ ਹੈ। ਮੈਂ ਤੇਰੇ ਘਰ ਨੂੰ ਵੀ ਪੱਕਿਆ ਕਰਾਂਗਾ। ਤੇਰੇ ਮਰਨ ਅਤੇ ਆਪਣੇ ਪੁਰਖਿਆਂ ਕੋਲ ਜਾਣ ਦੇ ਪਿੱਛੋਂ ਮੈਂ ਤੇਰੇ ਇੱਕ ਪੁੱਤਰ ਨੂੰ ਰਾਜਗੱਦੀ ਦੇ ਕੇ ਉਸ ਦੇ ਰਾਜ ਨੂੰ ਪੱਕਿਆ ਕਰਾਂਗਾ। ਉਹ ਮੇਰੇ ਲਈ ਵੀ ਇੱਕ ਘਰ ਬਣਾਵੇਗਾ ਅਤੇ ਮੈਂ ਉਸ ਦੀ ਰਾਜਗੱਦੀ ਨੂੰ ਹਮੇਸ਼ਾ ਦੇ ਲਈ ਕਾਇਮ ਕਰਾਂਗਾ। ਮੇਰੇ ਅਤੇ ਉਸ ਵਿੱਚ ਪਿਤਾ ਪੁੱਤਰ ਦਾ ਰਿਸ਼ਤਾ ਹੋਵੇਗਾ। ਇਸ ਦੇ ਲਈ ਉਸ ਦੇ ਗਲਤੀ ਕਰਨ ਉੱਤੇ ਮੈਂ ਪਿਤਾ ਵਾਂਗ ਉਸ ਨੂੰ ਡੰਡੇ ਨਾਲ ਠੀਕ ਕਰਾਂਗਾ। ਮੈਂ ਉਸ ਕੋਲੋਂ ਉਸ ਤਰ੍ਹਾਂ ਰਾਜਗੱਦੀ ਨਹੀਂ ਖੋਵਾਂਗਾ ਜਿਸ ਤਰ੍ਹਾਂ ਮੈਂ ਸਾਊਲ ਕੋਲੋਂ ਖੋਈ ਅਤੇ ਤੈਨੂੰ ਦਿੱਤੀ ਹੈ। ਸੋ ਤੇਰਾ ਵੰਸ਼ ਅਤੇ ਰਾਜ ਹਮੇਸ਼ਾ ਤੱਕ ਰਹੇਗਾ ਅਤੇ ਤੇਰੀ ਕੁੱਲ ਦਾ ਕਦੀ ਅੰਤ ਨਹੀਂ ਹੋਵੇਗਾ। ਨਾਥਾਨ ਨਬੀ ਨੇ ਦਾਊਦ ਨੂੰ ਇਹ ਸਭ ਗੱਲਾਂ ਦੱਸੀਆਂ ਜੋ ਪ੍ਰਭੂ ਨੇ ਉਸ ਉੱਤੇ ਦਰਸ਼ਨ ਦੁਆਰਾ ਪ੍ਰਗਟ ਕੀਤੀਆਂ ਸਨ। ਆਮੀਨ। ਪ੍ਰਭੂ ਨੇ ਉਸਨੂੰ ਕਹਿਤਾ, ਉਸਨੇ ਕਿਹਾ ਕਿ ਦੇਖ ਮੈਂ ਤਾਂ ਦਿਆਰ ਦੇ ਘਰ ਦੇ ਵਿੱਚ ਰਹਿਣਾ, ਇੰਨਾ ਸੋਹਣਾ ਮਹਿਲ ਮੇਰੇ ਲਈ ਬਣਾਇਆ ਤੇ ਪ੍ਰਭੂ ਤਾਂ ਹਾਲੇ ਵੀ ਤੰਬੂ ਵਿੱਚ ਹੈ, ਇਹ ਕਿੱਦਾਂ ਹੋ ਸਕਦਾ? ਸੋ ਪ੍ਰਭੂ ਨੇ ਕਿਹਾ ਕਿ ਤੂੰ ਨਹੀਂ ਬਣਾਏਗਾ, ਤੇਰਾ ਪੁੱਤਰ ਬਣਾਏਗਾ ਔਰ ਉਹਦਾ ਤੇ ਮੇਰਾ ਪਿਤਾ ਪੁੱਤਰ ਵਾਲਾ ਰਿਸ਼ਤਾ ਹੋਵੇਗਾ ਔਰ ਗਲਤੀ ਕਰੇਗਾ ਤੇ ਮੈਂ ਉਸਨੂੰ ਠੀਕ ਕਰਾਂਗਾ। ਪਰ ਤੇਰਾ ਜਿਹੜਾ ਕੰਮ, ਉਹ ਕੀ ਕੰਮ ਆ? ਮੈਂ ਤੈਨੂੰ ਭੇਡਾਂ ਦੇ ਪਿੱਛੋਂ ਹਟਾ ਕੇ ਆਪਣੇ ਲੋਕਾਂ ਦਾ ਰਾਜਾ ਥਾਪਿਆ। ਤੂੰ ਆਪਣਾ ਸਾਰਾ ਧਿਆਨ ਉਹਦੇ ਉੱਤੇ ਲਾ, ਤੂੰ ਆਪਣਾ ਸਾਰਾ ਧਿਆਨ ਉਸ ਚੀਜ਼ ਦੇ ਉੱਤੇ ਲਾ ਜਿਸ ਦੇ ਲਈ ਮੈਂ ਤੈਨੂੰ ਚੁਣ ਕੇ ਵੱਖਰਾ ਕੀਤਾ। ਫਿਰ ਉਸਨੂੰ ਇਹ ਕਹਿ ਰਹੀ, ਔਰ ਇਹਦੇ ਵਿੱਚ ਕਿੰਨੀ ਵਿਜ਼ਡਮ ਦਿਖਾਈ ਦਿੰਦੀ ਪਈ, ਪ੍ਰਭੂ ਦੀ ਵਿਜ਼ਡਮ ਦਿਖਾਈ ਦੇ ਰਹੀ ਹੈ। ਔਰ ਦਾਊਦ ਨੇ ਵੀ ਕਾਹਲੀ ਨਹੀਂ ਕੀਤੀ, ਇੰਨਾ ਕੁਛ ਉਹ ਪ੍ਰਭੂ ਦੇ ਮੰਦਿਰ ਦੇ ਲਈ ਅਰਪਿਤ ਕਰਦਾ ਪਿਆ, ਲਿਆਉਂਦਾ ਪਿਆ, ਪ੍ਰਭੂ ਦੇ ਅੱਗੇ ਚੜਾਉਂਦਾ ਪਿਆ, ਲੇਕਿਨ ਫਿਰ ਵੀ ਉਸਨੇ ਕਾਹਲੀ ਨਹੀਂ ਕੀਤੀ। ਹੁਣ ਉਸਦੀ ਪ੍ਰਾਰਥਨਾ ਜਿਹੜੀ ਆ ਇਹ ਸੱਚਮੁੱਚ ਦਿਲ ਨੂੰ ਛੂਹਣ ਵਾਲੀ।
ਇਹ ਜਿਹੜੀ ਪ੍ਰਾਰਥਨਾ ਦਾਊਦ ਨੇ ਕੀਤੀ ਆ, ਇਹ आओ इस 18 आयत तो लैके 29 आयत तक जिसनों मिल जाए, आओ इस प्रार्थना में देखिए। हाँ जी, हाँ जी। ਦਾਊਦ ਦੀ ਧੰਨਵਾਦੀ ਪ੍ਰਾਰਥਨਾ। ਤਦ ਦਾਊਦ ਰਾਜਾ ਨੇ ਤੰਬੂ ਦੇ ਅੰਦਰ ਜਾ ਕੇ ਪ੍ਰਾਰਥਨਾ ਕੀਤੀ, ਮੇਰੇ ਪ੍ਰਭੂ ਪਰਮੇਸ਼ਵਰ, ਮੈਂ ਕੀ ਹਾਂ, ਮੇਰਾ ਟੱਬਰ ਕੀ ਹੈ, ਪਰ ਫਿਰ ਵੀ ਤੂੰ ਮੈਨੂੰ ਇੰਨੀ ਉੱਚੀ ਥਾਂ ਦਿੱਤੀ ਹੈ ਕਿ ਇਹ ਸਭ ਥੋੜਾ ਹੈ, ਪਰ ਫਿਰ ਵੀ ਤੂੰ ਸਰਵਸ਼ਕਤੀਮਾਨ ਪ੍ਰਭੂ ਅੱਗੇ ਮੇਰੇ ਵੰਸ਼ ਲਈ ਮੈਨੂੰ ਪ੍ਰਤਿੱਗਿਆ ਦੇ ਰਿਹਾ ਹੈ। ਮੇਰੇ ਪ੍ਰਭੂ ਪਰਮੇਸ਼ਵਰ ਦੀ ਕੋਈ ਮਨੁੱਖ ਇੰਨਾ ਕੁਝ ਦੇਖ ਸਕਦਾ ਹੈ? ਮੈਂ ਪ੍ਰਭੂ ਇਸ ਤੋਂ ਵੱਧ ਤੈਨੂੰ ਕੀ ਕਹਿ ਸਕਦਾ ਹਾਂ? ਤੂੰ ਤਾਂ ਆਪ ਹੀ ਆਪਣੇ ਇਸ ਦਾਸ ਨੂੰ ਜਾਣਦਾ ਹੈ। ਇਹ ਸਭ ਮਹਾਨ ਕੰਮ ਪ੍ਰਭੂ ਤੂੰ ਆਪ ਹੀ ਆਪਣੀ ਪ੍ਰਤਿੱਗਿਆ ਤੇ ਇੱਛਾ ਅਨੁਸਾਰ ਕੀਤੇ ਹਨ ਕਿ ਤੇਰਾ ਦਾਸ ਇਹਨਾਂ ਨੂੰ ਜਾਣੇ। ਪ੍ਰਭੂ ਪਰਮੇਸ਼ਵਰ, ਤੂੰ ਤਾਂ ਬਹੁਤ ਮਹਾਨ ਹੈ। ਜਿੱਥੋਂ ਤੱਕ ਅਸੀਂ ਸੁਣਿਆ ਤੇ ਜਾਣਿਆ ਹੈ, ਤੇਰੇ ਵਰਗਾ ਦੂਜਾ ਕੋਈ ਨਹੀਂ ਹੈ। ਇਜ਼ਰਾਈਲ ਵਰਗੀ ਕੋਈ ਦੂਜੀ ਕੌਮ ਨਹੀਂ ਹੈ ਜਿਸ ਨੂੰ ਤੂੰ ਗੁਲਾਮੀ ਤੋਂ ਛੁਡਾ ਕੇ ਆਪਣੇ ਲੋਕ ਬਣਾਇਆ ਹੋਵੇ। ਤੂੰ ਉਹਨਾਂ ਦੇ ਲਈ ਪਰਾਈਆਂ ਕੌਮਾਂ ਤੇ ਦੇਵਤਿਆਂ ਨੂੰ ਉਹਨਾਂ ਦੇ ਅੱਗਿਓਂ ਕੱਢਿਆ ਤੇ ਵੱਡੇ ਅਦਭੁਤ ਕੰਮ ਕੀਤੇ ਹਨ। ਸੋ ਤੂੰ ਇਜ਼ਰਾਈਲੀਆਂ ਨੂੰ ਆਪਣੇ ਲਈ ਹਮੇਸ਼ਾ ਦੇ ਲਈ ਬਣਾਇਆ ਤੇ ਉਹਨਾਂ ਦਾ ਆਪ ਪਰਮੇਸ਼ਵਰ ਬਣਿਆ ਹੈ। ਮੇਰੇ ਪ੍ਰਭੂ ਪਰਮੇਸ਼ਵਰ, ਤੂੰ ਹੁਣ ਇਹ ਸਭ ਵਚਨ ਜੋ ਤੂੰ ਮੇਰੇ ਅਤੇ ਮੇਰੇ ਵੰਸ਼ ਸੰਬੰਧੀ ਕਹੇ ਹਨ ਪੂਰੇ ਕਰ। ਲੋਕ ਹਮੇਸ਼ਾ ਤੇਰੇ ਬਾਰੇ ਕਹਿਣਗੇ, ਇਜ਼ਰਾਈਲ ਉੱਤੇ ਮਹਾਨ ਪ੍ਰਭੂ ਪਰਮੇਸ਼ਵਰ ਆਪ ਰਾਜ ਕਰਦਾ ਹੈ। ਸੋ ਪ੍ਰਭੂ, ਤੂੰ ਆਪਣੇ ਕਹੇ ਅਨੁਸਾਰ ਮੇਰੇ ਵੰਸ਼ ਦਾ ਰਾਜ ਪੱਕਿਆ ਕਰ। ਮੇਰੇ ਪ੍ਰਭੂ ਅਤੇ ਇਜ਼ਰਾਈਲ ਦੇ ਪਰਮੇਸ਼ਵਰ, ਮੈਂ ਇਹ ਪ੍ਰਾਰਥਨਾ ਕਰਨ ਦਾ ਹੌਸਲਾ ਕੀਤਾ ਹੈ ਕਿਉਂਕਿ ਤੂੰ ਕਿਹਾ ਹੈ ਕਿ ਤੂੰ ਮੇਰਾ ਰਾਜ ਹਮੇਸ਼ਾ ਦੇ ਲਈ ਕਾਇਮ ਕਰੇਗਾ। ਮੇਰੇ ਪ੍ਰਭੂ ਪਰਮੇਸ਼ਵਰ, ਤੂੰ ਪਰਮੇਸ਼ਵਰ ਹੈ ਅਤੇ ਤੇਰੇ ਵਚਨ ਸੱਚੇ ਹਨ ਅਤੇ ਤੂੰ ਹੀ ਆਪਣੇ ਦਾਸ ਨੂੰ ਇਹ ਭਲੀ ਪ੍ਰਤਿੱਗਿਆ ਦਿੱਤੀ ਹੈ। ਇਸ ਲਈ ਹੁਣ ਮੇਰੀ ਪ੍ਰਾਰਥਨਾ ਹੈ ਕਿ ਤੂੰ ਆਪਣੇ ਦਾਸ ਦੇ ਟੱਬਰ ਨੂੰ ਅਸੀਸ ਦੇ ਕੇ ਉਹ ਹਮੇਸ਼ਾ ਤੇਰੀ ਕਿਰਪਾ ਦ੍ਰਿਸ਼ਟੀ ਪ੍ਰਾਪਤ ਕਰੇ। ਤੂੰ ਆਪ ਇਸ ਦੀ ਪ੍ਰਤਿੱਗਿਆ ਆਪਣੇ ਦਾਸ ਨੂੰ ਦਿੱਤੀ ਹੈ, ਇਸ ਲਈ ਤੂੰ ਆਪਣੇ ਦਾਸ ਦੇ ਘਰ ਉੱਤੇ ਹਮੇਸ਼ਾ ਅਸੀਸ ਦੇ। ਹਮੇਸ਼ਾ ਰਹੇਗਾ, ਹਮੇਸ਼ਾ ਦਇਆ ਕਰ। ਥਿੰਕ ਅਬਾਊਟ ਇਸ ਨੂੰ ਆਪਣੀ ਜ਼ਿੰਦਗੀ ਦੇ ਨਾਲ ਜੋੜ ਕੇ ਦੇਖੋ। ਇਸ ਦੁਆ ਅਸੀਂ ਯਿਸੂ ਨੂੰ ਲੱਭਣ ਗਏ ਸੀ ਨਾ, ਅਸੀਂ ਚੁਣਿਆ ਕਿ ਉਸਨੇ ਚੁਣਿਆ? ਉਹਨੇ ਚੁਣਿਆ। ਦਾਊਦ ਨੂੰ ਕਿਹਨੇ ਚੁਣਿਆ? ਪਰਮੇਸ਼ਰ ਨੇ ਚੁਣਿਆ। ਸਾਊਲ ਤੇ ਉਹ ਯਕੀਨ ਨਹੀਂ ਸੀ ਕਰਦਾ ਦਾਊਦ, ਕਿਉਂਕਿ ਉਸਨੂੰ ਪਤਾ ਸੀ ਉਹਦੇ ਮਨ ਦੇ ਵਿੱਚ ਖੋਟ। ਪਰ ਸਾਊਲ ਨੂੰ ਉਸਨੇ ਹਮੇਸ਼ਾ ਕਿਹਾ ਕਿ ਜਿਸ ਲਈ ਸਾਊਲ ਨੇ ਇਹ ਵੀ ਉਸਨੂੰ ਕਿਹਾ ਕਿ ਤੂੰ ਮੇਰੀ ਜਿਹੜੀ ਉਹਦੀ ਜਿੱਦਾਂ ਕਿ ਸੈਕੰਡ ਯੰਗੈਸਟ ਡਾਟਰ ਸੀਗੀ, ਛੋਟੀ ਤੋਂ ਵੱਡੀ, ਤੂੰ ਉਹਨਾਂ ਨਾਲ ਵਿਆਹ ਕਰਾ ਲਾ। ਉਹ ਕਹਿੰਦਾ ਮੈਂ ਕੀ ਆ ਤੇ ਮੇਰਾ ਘਰਾਣਾ ਕੀ ਹੈ ਜਿਹੜਾ ਮੈਂ ਰਾਜੇ ਦੇ ਨਾਲ ਸੰਬੰਧ ਰੱਖਾਂ? ਤੇ ਸਾਊਲ ਨੇ ਕਿਹਾ ਠੀਕ। ਸੋ ਜਿਹੜੀ ਪਹਿਲੀ ਜਿਹੜੀ ਮੈਂ ਸ਼ਰਤ ਰੱਖੀ ਸੀ ਕਿ ਜਿਹੜਾ ਵੀ ਇਸ ਦੈਂਤ ਨੂੰ ਮਾਰੇਗਾ ਉਹਦੇ ਨਾਲ ਮੈਂ ਆਪਣੀ ਧੀ ਦਾ ਵਿਆਹ ਕਰੂੰਗਾ। ਚਲੋ ਇਹਨੇ ਆਪ ਨਾ ਕਰ ਦਿੱਤੀ, ਚਲੋ ਠੀਕ। ਦੂਜੀ ਵਾਰੀ ਜਿਹੜੀ ਦੂਜੀ ਕੁੜੀ ਉਹਨੂੰ ਵਿਆਹਣੀ ਪਈ, ਉਹਦੇ ਮਨ ਦੇ ਵਿੱਚ ਚਾਲਬਾਜ਼ੀ ਸੀ। ਉਹ ਦਾਊਦ ਨੂੰ ਲੜਾਈ ਦੇ ਵਿੱਚ ਮਰਵਾਉਣਾ ਚਾਹੁੰਦਾ ਸੀ, ਲੇਕਿਨ ਉਸਨੇ 100 ਬੰਦਾ ਮਾਰਨ ਨੂੰ ਕੱਲਿਆ, ਦਾਊਦ ਨੇ 200 ਲਿਆ ਕੇ ਉਹਦੇ ਮੂਹਰੇ ਰੱਖ ਦਿੱਤੇ। ਹੁਣ ਉਹਦੇ ਕੋਲ ਚੋਇਸ ਨਹੀਂ। ਲੇਕਿਨ ਜਿੱਦਾਂ ਹੀ ਦਾਊਦ ਉੱਥੇ ਗਿਆ ਆ, ਦਾਊਦ ਦੌੜਾ ਆ, ਫਰਾਰ ਹੋਇਆ ਵਿਚਾਰਾ, ਉਸਨੇ ਉਹਦੀ ਵਾਈਫ ਨੂੰ ਲੈ ਕੇ ਕਿਸੇ ਹੋਰ ਨੂੰ ਦੇ ਦਿੱਤਾ। ਠੀਕ, ਪ੍ਰਭੂ ਤੋਂ ਮੰਗਿਆ ਕੁਛ ਨਹੀਂ। ਪ੍ਰਭੂ ਦੇ ਬੰਦੇ ਭੇਡਾਂ ਚਾਰਦਾ ਪਿਆ ਸੀਗਾ, ਬਾਪ ਨੂੰ ਕਿਹਾ ਕਿ ਆਪਣੇ ਜਿੰਨੇ ਤੇਰੇ ਆਪਣਾ ਬੇਟੇ ਲੈ ਕੇ ਆ, ਉਹਨਾਂ ਚੋਂ ਇੱਕ ਨੂੰ ਜੱਸੀ, ਇੱਕ ਨੂੰ ਪ੍ਰਭੂ ਨੇ ਚੁਣਿਆ। ਤੇ ਉਸਨੇ ਦਾਊਦ ਨੂੰ ਬੁਲਾਇਆ ਹੀ। ਜਿਹਦੇ ਆਪਣੇ ਬਾਪ ਨੇ ਉਸਨੂੰ ਨਹੀਂ ਚੁਣਿਆ, ਸਵਰਗੀ ਬਾਪ ਨੇ ਉਸਨੂੰ ਚੁਣਿਆ ਔਰ ਵੱਖਰਾ ਕੀਤਾ। ਔਰ ਉੱਥੋਂ ਪ੍ਰਭੂ ਨੇ ਉਸਨੂੰ ਬਰਕਤ ਦੇਣੀ ਸ਼ੁਰੂ ਕੀਤੀ। ਉਸਨੇ ਆਪਣੀਆਂ ਅੱਖਾਂ ਪ੍ਰਭੂ ਦੇ ਉੱਤੇ ਲਾ ਕੇ ਰੱਖੀਆਂ ਔਰ ਪ੍ਰਭੂ ਨੇ ਉਸਨੂੰ ਠੋਕਰ ਨਹੀਂ ਖਾਣ ਦਿੱਤੀ, ਠੋਕਰ ਨਹੀਂ ਲੱਗਣ ਦਿੱਤੀ।
ਪਤਾ ਨਹੀਂ ਕਦੋਂ ਦੀਆਂ ਉਹ ਜਿਹੜੀਆਂ ਗੁਫਾਵਾਂ ਜਿਹਦੇ ਵਿੱਚ ਜਾ ਕੇ ਉਹ ਲੁਕਿਆ, ਪ੍ਰਭੂ ਨੇ ਕਦੋਂ ਦੀਆਂ ਉਹ ਬਣਾਈਆਂ ਹੋਈਆਂ ਉਹਦੇ ਲਈ। ਪ੍ਰਭੂ ਬਹੁਤ ਪਿਆਰ ਕਰਦਾ, as long as ਅਸੀਂ ਉਹਨੂੰ ਪਿਆਰ ਕਰੀਏ। ਉਹ ਪਿਆਰ ਮੰਗਦਾ, ਜਿੱਦਾਂ ਉਹ ਕਹਿੰਦਾ ਮੈਂ ਤੁਹਾਨੂੰ ਪਿਆਰ ਕਰਦਾ, ਬਸ ਓਦਾਂ ਪਿਆਰ ਕਰੋ। ਬਾਕੀ ਦੀਆਂ ਚੀਜ਼ਾਂ ਤਾਂ ਉਹ ਆਲੇ ਦੁਆਲੇ ਇਤਨਾ ਰੱਖ ਦਿੰਦਾ ਕਿ ਸਾਡੀ ਸਮਝ ਤੋਂ ਬਾਹਰ। ਬਾਕੀ ਦੀਆਂ ਬਰਕਤਾਂ ਸਾਨੂੰ ਉਹ ਦੇ ਦਿੰਦਾ ਹੈ। ਜੇ ਦਾਊਦ ਨੂੰ ਉਹਨੇ ਉਧਰ ਫਲਸਤੀਆਂ ਦੇ ਨਾਲ ਰੱਖਿਆ ਤੇ ਦਾਊਦ ਨੂੰ ਉੱਥੇ ਫਲਸਤੀਆਂ ਦੇ ਨਾਲ ਰੱਖ ਕੇ ਸਿਖਾ ਦਿੱਤਾ ਕਿ ਫਲਸਤੀ ਲੜਦੇ ਕਿੱਦਾਂ ਹੈ, ਇਹਨਾਂ ਦੀ ਤਿਆਰੀ ਕੀ ਹੈ, ਇਹਨਾਂ ਦੀ ਕਮਜ਼ੋਰੀ ਕੀ ਹੈ। ਦਾਊਦ ਨੇ 8 ਫਿਰ 10 ਜੰਗਾਂ ਉਹਨਾਂ ਦੇ ਨਾਲ ਲੜੀਆਂ ਔਰ ਉਹ ਇੱਕ ਤੋਂ ਬਾਅਦ ਦੂਜੀ ਜੰਗ ਦੇ ਵਿੱਚ ਜੇਤੂ ਹੋਇਆ। ਕਿੰਨੀ ਅਮੇਜ਼ਿੰਗ ਚੀਜ਼ ਹੈ ਸੁਣਨੀ। ਅਦਨ ਦੇ ਬਾਗ ਦੇ ਵਿੱਚ ਜਿਸ ਲਈ ਉਹਨਾਂ ਨੇ ਪਾਪ ਕੀਤਾ ਸੀ, ਉਹ ਦੌੜ ਕੇ ਲੁਕ ਗਏ। ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿੱਥੇ ਆ? ਕਿ ਮੈਂ ਨੰਗਾ, ਅਸੀਂ ਨੰਗੇ ਸੀ ਤਾਂ ਕਰਕੇ ਅਸੀਂ ਲੁਕ ਗਏ। ਕਿਉਂ? ਪ੍ਰਭੂ ਦੇ ਚੱਲਣ ਦੀ ਆਵਾਜ਼ ਸੁਣ ਕੇ ਉਹ ਦੌੜ ਕੇ ਲੁਕ ਗਏ। ਤੇ ਦਾਊਦ ਨੂੰ ਉਸ ਤੇ ਉਲਟ ਕਹਿ ਰਿਹਾ, ਜਿਸਲੇ ਤੂੰ ਤੂਤਾਂ ਦੀਆਂ ਛਿੜੀਆਂ ਦੇ ਉੱਤੇ ਆਵਾਜ਼ ਸੁਣੇ ਤਾਂ ਸਮਝ ਲਈ ਮੈਂ ਅੱਗੇ ਅੱਗੇ ਉਹਨਾਂ ਨੂੰ ਮਾਰਦਾ ਜਾਉਂ, ਤੂੰ ਪਿੱਛੇ ਪਿੱਛੇ ਕਬਜ਼ਾ ਕਰਦਾ। ਜੰਗਾਂ ਸਾਡੀਆਂ ਵੀ, ਜੰਗ ਹਰੇਕ ਬੰਦੇ ਦੀ, ਪਰ ਯਾਦ ਰੱਖੋ ਜੇਤੂ ਸਾਡਾ ਪ੍ਰਭੂ, ਜੇਤੂ ਸਾਡਾ ਪ੍ਰਭੂ। ਇਹ ਜ਼ਬੂਰ ਜਿਹੜੇ ਅਸੀਂ ਪੜ੍ਹੇ ਆ, ਇਹਨਾਂ ਨੂੰ ਕਦੀ ਏਦਾਂ ਪਹਿਲਾਂ ਨਹੀਂ ਸੀ ਪੜ੍ਹਿਆ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਲੋਕ ਇਹ ਜ਼ਬੂਰ ਦਿੰਦੇ ਦੇਖੇ ਜਿੱਦਾਂ ਕਿਤੇ ਇਹਨਾਂ ਦੇ ਵਿੱਚ ਜਾਦੂ ਮੰਤਰ ਹੁੰਦਾ। No, it's not. ਨਹੀਂ, ਇਹ ਜ਼ਬੂਰ ਦਾ ਇਤਿਹਾਸ ਹੈ ਸਾਡਾ, ਕਿ ਜਿਹੜੇ ਪ੍ਰਭੂ ਨੂੰ ਪਿਆਰ ਕਰਦੇ ਉਹਨਾਂ ਦੇ ਲਈ ਬਰਕਤਾਂ ਕਿਹੜੀਆਂ ਰੱਖੀਆਂ। ਰਾਹਾਂ ਦੇ ਵਿੱਚ ਦੀ ਲੈ ਕੇ ਜਾਂਦਾ, ਕੰਡਿਆਂ ਦੇ ਵਿੱਚ ਦੀ ਲੈ ਕੇ ਉਹ ਜਾਂਦਾ ਹੈ, ਪਰ ਮਲਮ ਵੀ ਉਹ ਆਪ ਲਾਉਂਦਾ ਹੈ। ਦੁੱਖ ਹੁੰਦੇ ਆ, ਦੁੱਖ ਹੁੰਦੇ, ਪਰ ਦੁੱਖਾਂ ਤੋਂ ਬਗੈਰ ਇਨਸਾਨ ਬਣਦਾ ਨਹੀਂ। ਕਿਉਂਕਿ ਉਹ ਦੁੱਖ ਤਾਂ ਹੁੰਦੇ ਆ ਕਿ ਅਸੀਂ ਘਰ ਜਾ ਰਹੇ, ਸਾਡੀ ਘਰ ਜਾਣ ਦੀ ਤਿਆਰੀ ਹੋ ਰਹੀ। ਇਹ ਟ੍ਰੇਨਿੰਗ ਆ ਜਿਹੜੇ ਦੁੱਖ ਹੁੰਦੇ ਪਏ। ਕਿਸ ਚੀਜ਼ ਦੇ ਲਈ ਟ੍ਰੇਨਿੰਗ ਆ? ਅਸੀਂ ਕੱਲ ਨੂੰ ਤੁਹਾਨੂੰ ਵਚਨ ਦਾ ਹਿੱਸਾ ਆਪਾਂ ਦੇਖਾਂਗੇ ਚੜ ਕੇ। ਉਸ ਚੀਜ਼ ਦੇ ਲਈ ਟ੍ਰੇਨਿੰਗ ਆ, ਔਰ ਕੱਲ ਨੂੰ ਅਸੀਂ ਪ੍ਰਕਾਸ਼ ਦੀ ਪੋਥੀ ਦੇ ਵਿੱਚੋਂ ਹਿੱਸਾ ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। हे ਮੇਰੇ ਪ੍ਰਭੂ ਜੀ, ਕਿਸ ਤਰ੍ਹਾਂ ਤੂੰ ਖੁਦਾਵੰਦ ਆਪਣਿਆਂ ਬੰਦਿਆਂ ਨੂੰ ਚੁਣਦਾ, ਵੱਖਰੇ ਕਰਦਾ, ਉਹਨਾਂ ਦੇ ਨਾਲ ਬਣਿਆ ਜੀ। ਨਿੱਕੀ ਨਿੱਕੀ ਚੀਜ਼ ਦੇ ਵਿੱਚ ਤੂੰ ਸਵਰਗ ਦੇ ਵਿੱਚ ਰਹਿਣ ਵਾਲਾ ਪਰਮੇਸ਼ਵਰ, ਅਸੀਂ ਕੌਣ ਆ ਖੁਦਾਵੰਦ? ਸਾਡੀ ਔਕਾਤ ਕੀ ਆ ਕਿ ਇੰਨਾ ਮਹਾਨ ਪ੍ਰਭੂ ਆਪਣੇ ਪੁੱਤਰ ਦੀ ਜਾਨ ਸਲੀਬ ਤੇ ਦੇ ਰਿਹਾ। ਪਿਆਰੇ ਪ੍ਰਭੂ, ਅਸੀਂ ਤਾਂ ਪਛਾਣੇ ਦੇ ਯੋਗ ਵੀ ਨਹੀਂ ਸੀ, ਪਰ ਇਹ ਤੇਰਾ ਪਿਆਰ, ਇਹ ਤੇਰਾ ਚੁਣਾਵ, ਇਹ ਤੇਰਾ ਰਹਿਮ ਸਾਨੂੰ ਪ੍ਰਭੂ ਜੀ
इन्हां चीज़ां की इज्जत करनी सिखा। साडे अंदर अपनी साडी मुक्ति की खुशी पा, जिस तरह दाऊद प्रभु जी उसदे अंदर मुक्ति की खुशी है, वो मुक्ति दे गीत गाउंदा। सानू तू उस मुक्ति का आनंद दे। तेरा प्रभु जी तेरा बहुत शुक्र, प्यारे बाप तेरा बहुत शुक्र। मैं अपने भैन भरावां दे लई दुआ करदा खुदावंद कि सानू दुनिया दे प्यार दे विच घटा और सानू अपने प्यार दे विच बढ़ा। क्योंकि प्रभु जी तेनों प्यार करांगे तो असीं सब नूं सच्चा प्यार कर सकांगे और शुक्रगुजार होवांगे। तेरा शुक्र प्रभु जी, ये बरकत जो तू दाऊद नूं दित्ती है साडे लई भी। प्रभु यीशु ते भरोसा कर, तू ते तेरा घराना निजात पाऊंगे। इसके लिए असीं तेरा बहुत शुक्र करते हैं। जब तक असीं दोबारा मिलिए प्रभु जी, तू साडे हर पासे, साडे अगे पिछे सज्जे खब्बे पैरां थल्ले प्रभु जी, और प्रभु जी स्वर्ग तो तेरी निगाहबानी, पैरां च छोटा रास्ता, तेरी राखी, तेरा प्यार और प्रभु जी तेरी दया, तेरी हजूरी, ये सब कुछ साडे नाल बनिया है। तो प्रभु जी इस डिगे हुए संसार दे विच तेरे पीछे चल सकांगे। बुरे और बुराई तो बचा के रखी, अपनी नजदीकी च बना के रखी। कल दे लई प्रभु जी साडियां दिलां और मनां नूं तैयारी दे कि असीं प्रभु जी तेरी हजूरी दे विच, तेरी भरपूरी दे विच एक बारी फिर बैठ सके। ये सब कुछ असीं अपने प्रभु यीशु मसीह के मिठे और प्यारे नाम दे विच मंगते हैं। सारे भैन भरा के ब्लैस यू। प्रभु तुहाडे सब दे नाल बणिया रहे। कल नूं सेम टाइम मिलांगे और कल नूं प्रभु दे वचन दे विचों बहुत बरकतां देखांगे जो साडे लई प्रभु ने वखरियां कीतियां। सो कल नूं असीं थोड़ी जी एप्लीकेशन देखा और थोड़ा जिहा फिर प्रभु दे वचन इस दाऊद दी जिंदगी दे विच प्रभु तुहानूं सब नूं बरकत है। तुहाडे सारिआं दी